ਸਤਿ ਸ੍ਰੀ ਅਕਾਲ। ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇਖ ਰਹੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ। ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਆਪਾਂ ਉਹੀ ਮਸਲਾ ਲੈ ਕੇ ਆਏ ਹਾਂ ਜਿਸ ਨੂੰ ਲੈ ਕੇ 1 ਮਹੀਨੇ ਤੋਂ ਮੋਹਾਲੀ ਦੇ ਵਿੱਚ ਇਨਸਾਫ ਮੋਰਚਾ ਲੱਗਿਆ ਹੋਇਆ ਹੈ। ਕੱਲ੍ਹ ਵੀ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ ਤੇ ਅੱਜ ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਤਾਂ ਲਾਜ਼ਮੀ ਹੋ ਗਈ ਹੈ ਕਿਉਂਕਿ ਅੱਜ ਜਿਹੜਾ ਜਥਾ ਰਵਾਨਾ ਹੋਇਆ ਸੀ, ਜਦੋਂ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਪਹੁੰਚਿਆ ਤਾਂ ਉਸ ਸਮੇਂ ਉੱਥੇ ਪੁਲਿਸ ਦੇ ਨਾਲ ਕਾਫੀ ਪਹਿਲਾਂ ਬਹਿਸਬਾਜ਼ੀ ਹੋਈ ਤੇ ਉਸ ਤੋਂ ਬਾਅਦ ਪੁਲਿਸ ਤੇ ਜਥੇ ਦਾ ਆਪਸ ਦੇ ਵਿੱਚ ਟਕਰਾਅ ਹੋ ਗਿਆ ਔਰ ਟਕਰਾਅ ਇੰਨਾ ਵਧਿਆ ਕਿ ਉੱਥੇ ਪੱਥਰ ਵੀ ਚੱਲੇ, ਉੱਥੇ ਡਾਂਗਾਂ ਵੀ ਚੱਲੀਆਂ, ਉੱਥੇ ਤਲਵਾਰਾਂ ਵੀ ਲਹਿਰਾਈਆਂ ਗਈਆਂ ਔਰ ਇਹਦੇ ਵਿੱਚ ਕਾਫੀ ਸਾਰਾ ਮਸਲਾ ਜਿਹੜਾ ਉਲਝ ਕੇ ਸਾਹਮਣੇ ਆਇਆ। ਉਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਪੱਤਰਕਾਰਾਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਤੋਂ ਇਲਾਵਾ ਬਹੁਤ ਕੁਝ ਉੱਥੇ ਅਜਿਹਾ ਹੋਇਆ ਜਿਹੜਾ ਸ਼ਾਇਦ ਹੋਣਾ ਨਹੀਂ ਚਾਹੀਦਾ ਸੀ। ਇਸ ਮਸਲੇ ਦੇ ਉੱਤੇ ਇਸੇ ਕਰਕੇ ਅੱਜ ਆਪਾਂ ਗੱਲਬਾਤ ਕਰਨੀ ਹੈ ਔਰ ਇਹ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਵੱਖ-ਵੱਖ ਇਹ ਤਸਵੀਰਾਂ ਇਹ ਮੋਹਾਲੀ ਚੰਡੀਗੜ੍ਹ ਬਾਰਡਰ ਦੀਆਂ ਨੇ। ਜਦੋਂ ਜਥਾ ਰਵਾਨਾ ਹੋਇਆ ਤਾਂ ਉਹਨਾਂ ਨੂੰ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਸੀ। ਉਸ ਤੋਂ ਬਾਅਦ ਆਪਸ ਦੇ ਵਿੱਚ ਬਹਿਸ ਹੁੰਦੀ ਰਹੀ। ਮਸਲਾ ਜਦੋਂ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਕਿਸੇ ਧਿਰ ਦੇ ਵੱਲੋਂ ਪੱਥਰਬਾਜ਼ੀ ਕਰ ਦਿੱਤੀ ਗਈ ਜੋ ਕਿ ਤੀਸਰੀ ਧਿਰ ਸੀ ਔਰ ਉਹਦੇ ਬਾਰੇ ਜਿਹੜਾ ਮੋਰਚਾ ਇਹ ਲੱਗਿਆ ਹੋਇਆ ਜੋ ਕੌਮੀ ਇਨਸਾਫ ਮੋਰਚਾ ਉਹ ਇਹ ਗੱਲ ਕਹਿੰਦਾ ਕਿ ਪੁਲਿਸ ਉਸ ਦਾ ਪਤਾ ਲਵਾਵੇ ਕਿ ਉਹ ਕੌਣ ਲੋਕ ਸੀ। ਪਰ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਉਸ ਬਾਰੇ ਅਸੀਂ ਜਾਂਚ ਕਰਾਂਗੇ ਕਿ ਉਹ ਲੋਕ ਕੌਣ ਸੀ ਜਿਨ੍ਹਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਇਹ ਸਾਰਾ ਮਾਹੌਲ ਜਿਹੜਾ ਉਹ ਖਰਾਬ ਹੋਇਆ। ਹੁਣ ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਇੱਕ ਵਾਰ ਪੱਥਰਬਾਜ਼ੀ ਹੁੰਦੀ ਹੈ। ਉਸ ਤੋਂ ਬਾਅਦ ਜੋ ਜਥਾ ਰਵਾਨਾ ਹੋ ਰਿਹਾ ਸੀ ਜਾਂ ਹੋਰ ਜਿਹੜੇ ਸਿੰਘ ਨਾਲ ਸੀ ਇਸ ਜਥੇ ਦੇ ਤਾਂ ਉਹ ਤੈਸ਼ ਦੇ ਵਿੱਚ ਆ ਜਾਂਦੇ ਨੇ। ਉਹਨਾਂ ਦੇ ਵੱਲੋਂ ਬੈਰੀਗੇਟਿੰਗ ਭੰਨ ਦਿੱਤੇ ਜਾਂਦੇ ਹੈ, ਪੁਲਿਸ ਦੇ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾਂਦਾ ਔਰ ਉੱਥੇ ਪੱਥਰ ਵੀ ਚੱਲੇ, ਉੱਥੇ ਤਲਵਾਰਾਂ ਵੀ ਲਹਿਰਾਈਆਂ ਗਈਆਂ, ਇੱਥੋਂ ਤੱਕ ਕਿ ਕਈ ਲੋਕ ਜ਼ਖਮੀ ਵੀ ਹੋਏ ਨੇ। ਇਹ ਵੱਖ-ਵੱਖ ਜੋ ਤਸਵੀਰਾਂ ਜਿਹਦੇ ਵਿੱਚ ਵਾਟਰ ਕੈਨਨ ਦਾ ਪੁਲਿਸ ਦਾ ਇਸਤੇਮਾਲ ਕਰ ਰਹੀ ਹੈ। ਦੂਜੇ ਪਾਸੇ ਜੋ ਬੈਰੀਗੇਟਿੰਗ ਤੋੜੇ ਗਏ ਪੁਲਿਸ ਦੇ ਵੱਲੋਂ ਜੋ ਲਗਾਏ ਗਏ ਸੀ ਉਸ ਦੀਆਂ ਉਹ ਤਸਵੀਰਾਂ ਨੇ। ਫਿਰ ਜਿਹੜੀ ਪੁਲਿਸ ਨੇ ਉੱਥੇ ਚੌਂਕੀ ਬਣਾਈ ਹੋਈ ਸੀ ਉਸ ਦੇ ਵਿੱਚ ਨਿਹੰਗ ਸਿੰਘ ਦਾ ਘੋੜਾ ਦਾਖਲ ਹੁੰਦਾ ਹੈ ਔਰ ਉਸ ਦੇ ਕੋਲ ਤਲਵਾਰ ਵੀ ਸੀ। ਇਹ ਵੀ ਪਤਾ ਲੱਗਿਆ ਕਿ ਉਸ ਵੱਲੋਂ ਉੱਥੇ ਤਲਵਾਰ ਦੇ ਨਾਲ ਵਾਰ ਵੀ ਕੀਤੇ ਗਏ। ਇੱਕ ਤਸਵੀਰ ਜਿਹੜੀ ਚੌਥੀ ਤਸਵੀਰ ਹੈ ਉਹ CCTV ਤਸਵੀਰਾਂ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀਆਂ ਨੇ ਔਰ ਉਹਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਪੁਲਿਸ ਦੇ ਜਿਹੜੇ ਵਾਹਨ ਉੱਥੇ ਸੀ ਉਹਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ। ਹੁਣ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੁਕੱਦਮਾ ਦਰਜ ਕੀਤਾ ਜਾਏਗਾ, ਉਹਨਾਂ ਲੋਕਾਂ ਦੀ ਪਛਾਣ ਹੋਵੇਗੀ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ। ਇਸ ਮਸਲੇ ਦੇ ਉੱਤੇ ਵਿਚਾਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਬੀਤੇ ਦਿਨ ਜ਼ਿਕਰ ਕਰ ਰਹੇ ਸੀ ਕਿ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਣੇ ਚਾਹੀਦੇ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਹੁਤ ਕੋਸ਼ਿਸ਼ਾਂ ਪਹਿਲਾਂ ਹੁੰਦੀਆਂ ਰਹੀਆਂ ਪਰ ਕੀ ਇਸ ਵਾਰ ਕੋਸ਼ਿਸ਼ ਕਾਮਯਾਬ ਹੋ ਸਕੇਗੀ ਜਾਂ ਨਹੀਂ ਹੋ ਸਕੇਗੀ, ਇਸੇ ਨੂੰ ਲੈ ਕੇ ਬਹੁਤ ਸਾਰੇ ਕੱਲ੍ਹ ਕਾਲਸ ਵੀ ਆਈਆਂ। ਲੋਕਾਂ ਨੇ ਆਪੋ ਆਪਣੇ ਜਿਹੜੀ ਰਾਏ ਵੀ ਦਿੱਤੀ, ਲੋਕਾਂ ਨੇ ਸਵਾਲ ਵੀ ਰੱਖੇ ਔਰ ਸਵਾਲਾਂ ਦੇ ਜਵਾਬ ਉਹਨਾਂ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਵੀ ਕਰਦੇ ਰਹੇ। ਪਰ ਅੱਜ ਜੋ ਇਹ ਸਾਰਾ ਵਰਤਾਰਾ ਵਾਪਰਿਆ ਉਸ ਨੂੰ ਲੈ ਕੇ ਕਈ ਸਵਾਲ ਹੋਰ ਵੀ ਖੜੇ ਹੋ ਗਏ ਨੇ। ਉਹ ਸਵਾਲ ਕੀ ਨੇ ਪਹਿਲਾਂ ਆਪਾਂ ਉਹ ਸਵਾਲ ਵੀ ਦੱਸ ਦਈਏ ਤੇ ਫਿਰ ਸਾਡੇ ਨਾਲ ਜਿਹੜੇ ਦਰਸ਼ਕ ਜੁੜ ਰਹੇ ਹੈ ਉਹਨਾਂ ਤੋਂ ਵੀ ਸਵਾਲ ਲਵਾਂਗੇ, ਉਹਨਾਂ ਦੀ ਰਾਏ ਵੀ ਜਾਣਾਂਗੇ ਕਿ ਅੱਜ ਜੋ ਕੁਝ ਹੋਇਆ ਇਹ ਹੋਣਾ ਚਾਹੀਦਾ ਸੀ, ਨਹੀਂ ਹੋਣਾ ਚਾਹੀਦਾ ਸੀ ਜਾਂ ਇਹਦੇ ਲਈ ਆਖਰਕਾਰ ਜ਼ਿੰਮੇਵਾਰ ਕੌਣ ਹੈ। ਸਭ ਤੋਂ ਪਹਿਲਾਂ ਡੇਲੀ ਪੋਸਟ ਦੇ ਜਿਹੜੇ ਸਵਾਲ ਨੇ ਮੈਂ ਚਾਹੂੰਗਾ ਕਿ ਸਕਰੀਨ ਦੇ ਉੱਤੇ ਵੀ ਉਹ ਦਿਖਾ ਦਿੱਤੇ ਜਾਣ ਔਰ ਉਹ ਸਵਾਲ ਨੇ ਕਿ ਪੁਲਿਸ ਤੇ ਮੋਰਚੇ ਦਾ ਟਕਰਾਅ ਆਖਰਕਾਰ ਹੋਇਆ ਕਿਉਂ? ਸਿੰਘਾਂ ਦੇ ਜਥੇ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਟਕਰਾਅ ਦੇ ਕੀ ਮਾਇਨੇ ਨੇ? ਕੀ ਟਕਰਾਅ ਦੇ ਨਾਲ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਹੈ? ਕੀ ਭੰਨਤੋੜ ਦੇ ਨਾਲ ਜਿਹੜੀਆਂ ਮੰਗਾਂ ਇਹ ਮੋਰਚਾ ਲੈ ਕੇ ਬੈਠਾ ਹੋਇਆ ਉਹ ਮਨਵਾਈਆਂ ਜਾ ਸਕਣਗੀਆਂ? ਟਕਰਾਅ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦਾ ਅਗਲਾ ਕਦਮ ਜਿਹੜਾ ਉਹ ਕੀ ਹੋਵੇਗਾ? ਤਾਂ ਇਹ ਬੜੇ ਸਵਾਲ ਨੇ ਔਰ ਇੱਕ ਸਵਾਲ ਇਹ ਵੀ ਬੜਾ ਅਹਿਮ ਹੋ ਜਾਂਦਾ ਕਿ ਜਥੇਦਾਰ ਹਵਾਰਾ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਤੇ ਉਹਨਾਂ ਨੇ ਇਹ ਅਪੀਲ ਦੇ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ, ਤਾਂ ਫਿਰ ਉਸ ਚੀਜ਼ ਨੂੰ ਧਿਆਨ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ? ਇਹ ਸਾਰਾ ਵਰਤਾਰਾ ਕਿਉਂ ਵਾਪਰਿਆ? ਸਾਡੇ ਨਾਲ ਦਰਸ਼ਕ ਜੁੜੇ ਹੈ, ਉਹਨਾਂ ਤੋਂ ਅਸੀਂ ਸਵਾਲ ਲਵਾਂਗੇ, ਉਹਨਾਂ ਦੀ ਰਾਏ ਵੀ ਲਵਾਂਗੇ। ਗੁਰਚਰਨ ਹਵਾਰਾ ਸਾਡੇ ਨਾਲ ਜੁੜੇ ਆ। ਗੁਰਚਰਨ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਔਰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਸਵਾਲਾਂ ਦੇ ਉੱਤੇ? ਦੇਖੋ, ਜਿਹੜਾ ਕੌਮੀ ਮੁੱਦਿਆਂ ਤੇ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ, ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਹਿਲੇ ਦਿਨ ਤੋਂ ਇਹ ਸਾਨੂੰ ਆਦੇਸ਼ ਹੈ ਵੀ ਆਪਾਂ ਸ਼ਾਂਤੀਪੂਰਵਕ ਇਹ ਆਪਣਾ ਜਿਹੜੇ ਸਾਡੇ ਮੁੱਦੇ ਆ ਉਹਨਾਂ ਦਾ ਇਨਸਾਫ ਲੈਣਾ।
ਕਿਉਂਕਿ ਸਰਕਾਰਾਂ ਇਹਨਾਂ ਮੁੱਦਿਆਂ ਤੇ ਇਨਸਾਫ ਨਹੀਂ ਦੇ ਰਹੀਆਂ। ਜਦੋਂ 2015 ਚ ਬਰਗਾੜੀ ਵਿਖੇ ਬੇਅਦਬੀ ਹੋਈ ਹੈ, ਦੇਖੋ ਉਹ ਵੀ ਸ਼ਾਂਤਮਈ ਧਰਨਾ ਸੀ। ਬਾਈਬਲ ਕਲਾਂ ਚ ਜਦੋਂ ਰੋਸ ਪ੍ਰਗਟ ਕਰ ਰਹੀਆਂ ਸੀ ਸੰਗਤਾਂ, ਸਰਕਾਰ ਨੇ ਗੋਲੀ ਚਲਾਈ ਬਿਨਾਂ ਵਜ੍ਹਾ। 2 ਸਿੰਘ ਸ਼ਹੀਦ ਹੋਏ, ਉਹਨਾਂ ਦਾ ਸਾਥ ਨਹੀਂ ਦਿੱਤਾ। ਫਿਰ ਇਹ ਸਾਡਾ ਜਿਹੜਾ 7 ਜਨਵਰੀ ਤੋਂ ਲੱਗਿਆ ਧਰਨਾ ਇੱਥੇ, ਉਹ ਲਗਾਤਾਰ ਸ਼ਾਂਤਮਈ ਚੱਲ ਰਿਹਾ, ਕਿਉਂਕਿ ਉਸ ਬਹੁਤ ਵੱਡੇ ਇਕੱਠ ਹੋ ਚੁੱਕੇ 7 ਜਨਵਰੀ ਦਾ ਤੇ 26 ਜਨਵਰੀ ਦਾ। ਸਭ ਨੂੰ ਪਤਾ ਵੀ ਉਹ ਪੂਰੇ ਸ਼ਾਂਤਮਈ ਪੂਰੇ ਡਸਟਰ ਚ ਰਹਿ ਕੇ ਰੋਸ ਮਾਰਚ ਕੱਢੇ ਗਏ। ਪਰ ਅੱਜ ਸਰਕਾਰ ਦੀ ਕੀ ਮਜਬੂਰੀ ਬਣ ਗਈ ਸੀ ਵੀ ਜਿਹੜਾ ਅਸੀਂ ਇੱਕ ਪ੍ਰੋਗਰਾਮ ਲਿਖਿਆ ਸੀ ਵੀ 31 ਮੈਂਬਰੀ ਜਥਾ CM ਦੀ ਕੋਠੀ ਅੱਗੇ ਜਾਵੇਗਾ, ਉਹ 2 ਘੰਟੇ, ਹਾਲਾਂਕਿ 3 ਮੀਟਿੰਗਾਂ ਸਾਡੀ ਪ੍ਰਸ਼ਾਸਨ ਨਾਲ ਹੋ ਚੁੱਕੀਆਂ, ਕਿਹਾ ਵੀ ਤੁਸੀਂ ਆਪਣੀ ਬੱਸ 'ਚ ਬਿਠਾ ਕੇ ਲੈ ਜਾਇਆ ਕਰੋ, ਉੱਥੇ ਬਿਠਾਓ ਸਾਨੂੰ ਜੀ। 2 ਘੰਟੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ, ਉਸ ਤੋਂ ਬਾਅਦ ਅਰਦਾਸ ਕਰਕੇ ਵਾਪਸ ਆ ਜਾਣਾ। ਇਸ 'ਚ SSP ਚੰਡੀਗੜ੍ਹ ਤੇ SP ਉਹਨਾਂ ਦਾ ਸਾਰਾ ਹੀ ਅਮਲਾ ਮੀਟਿੰਗ 'ਚ ਸ਼ਾਮਲ ਹੁੰਦਾ ਰਿਹਾ, ਪਰ ਉਹ ਕਹਿੰਦੇ ਜੀ ਅਸੀਂ ਉੱਥੇ ਤੱਕ ਜਾਣ ਨਹੀਂ ਦੇਣਾ, ਸਾਡੀ ਮਜਬੂਰੀ ਹੈ। ਸੋ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਦਿਨ, ਜਿਸ ਦਿਨ 31 ਮੈਂਬਰਾਂ ਦਾ ਜਥਾ ਅਸੀਂ ਰਵਾਨਾ ਕੀਤਾ ਉੱਥੇ ਤੋਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਅਰਦਾਸ ਕਰਕੇ, ਉਸ ਦਿਨ ਵੀ ਇਹ ਥਾਣੇ ਲੈ ਗਏ। ਥਾਣੇ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਰਿਹਾਈ ਕਰਤੀ। ਕੱਲ ਵੀ ਇਸੇ ਤਰ੍ਹਾਂ ਹੋਇਆ। ਪਰ ਅੱਜ ਕੀ ਮਜਬੂਰੀ ਸੀ ਵੀ ਜਦੋਂ ਜਥਾ ਉੱਥੇ ਪਹੁੰਚਿਆ ਉਹਨਾਂ ਨੇ ਪਥਰਾਅ ਕਰਾਇਆ। ਉਹ ਪਥਰਾਅ ਕਿਹਨੇ ਕਰਿਆ, ਕੌਣ ਕਰਨ ਵਾਲੇ ਸੀ? ਇਹ ਸਰਕਾਰ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਬਜਾਏ ਇਹਨਾਂ ਤੇ ਹੀ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕਰਿਆ ਗਿਆ। ਇਸ ਕਰਕੇ ਸ਼ਾਂਤਮਈ ਧਰਨੇ ਨੂੰ, ਸ਼ਾਂਤਮਈ ਪ੍ਰੋਗਰਾਮ ਨੂੰ ਇਹਨਾਂ ਨੇ ਹਿੰਸਾ 'ਚ ਬਦਲ ਦਿੱਤਾ। ਉਹ ਸਰਕਾਰ ਦੀ ਸਮਝੋ ਕੋਈ ਸਾਜ਼ਿਸ਼ ਹੈ, ਜਿਸ ਕਰਕੇ ਉਹ ਸਾਡੇ ਕੌਮੀ ਇਨਸਾਫ ਮੋਰਚੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਜੀ। ਪਰ ਗੁਰਚਰਨ ਜੀ, ਇੱਕ ਚੀਜ਼ ਤਾਂ ਹੈ, ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਬਹੁਤ ਸਾਰੇ ਲੋਕ ਚਾਹੁੰਦੇ ਸੀ, ਬਹੁਤ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਸੀ ਕਿ ਰਿਹਾਈ ਉਹਨਾਂ ਦੀ ਹੋਵੇ, ਪਰ ਨਹੀਂ ਹੋ ਸਕੀ। ਉਹ ਜਦੋਜਹਿਦ ਕਰਦੇ ਵੀ ਰਹੇ, ਮੋਰਚੇ ਵੀ ਲੱਗਦੇ ਰਹੇ, ਕਈ ਧਰਨੇ ਮੁਜ਼ਾਹਰੇ ਹੁੰਦੇ ਰਹੇ, ਪਰ ਉਹਨਾਂ ਦੀ ਆਵਾਜ਼ ਸਰਕਾਰਾਂ ਤੱਕ ਨਹੀਂ ਪਹੁੰਚ ਸਕੀ। ਜੇ ਇਸ ਵਾਰ ਲੱਗਦਾ ਹੈ ਕਿ ਹਾਂ ਇੱਕ ਵੱਡਾ ਧਰਨਾ ਲੱਗ ਗਿਆ, ਇੱਕ ਕੌਮੀ ਇਨਸਾਫ ਮੋਰਚੇ ਨੂੰ ਲੋਕਾਂ ਦੇ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਇਸੇ ਪ੍ਰੋਗਰਾਮ ਦੇ ਉੱਤੇ ਗੱਲਬਾਤ ਕਰ ਰਹੇ ਸੀ, ਬਹੁਤ ਸਾਰੇ ਲੋਕਾਂ ਦੀ ਕਾਲ ਵੀ ਆਈ, ਪੰਜਾਬ ਭਰ ਦੇ ਵਿੱਚੋਂ ਲੋਕ ਕਾਲ ਕਰ ਰਹੇ ਸੀ, ਕਈਆਂ ਦਾ ਫੋਨ ਅਸੀਂ ਨਹੀਂ ਵੀ ਚੱਕ ਸਕੇ। ਇਸ ਸਭ ਦੇ ਵਿਚਾਲੇ ਇੰਨਾ ਹੁਲਾਰਾ ਮਿਲਣ ਦੇ ਬਾਵਜੂਦ ਜੇ ਇਸ ਤਰ੍ਹਾਂ ਦਾ ਕੁਝ ਵਾਪਰ ਜਾਂਦਾ ਤਾਂ ਫਿਰ ਉੱਥੇ ਜ਼ਿੰਮੇਵਾਰੀ ਤਾਂ ਜਿਹੜਾ ਮੋਰਚਾ ਲੱਗਿਆ ਹੋਇਆ ਕਿਤੇ ਨਾ ਕਿਤੇ ਉਹਨਾਂ ਦੀ ਵੀ ਤੈਅ ਹੁੰਦੀ ਹੈ ਨਾ, ਕਿਉਂਕਿ ਅੱਜ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਪੱਤਰਕਾਰ ਭਾਈਚਾਰੇ ਦੇ ਬਹੁਤ ਸਾਰੇ ਲੋਕ ਸੀ, ਇੱਥੋਂ ਤੱਕ ਕਿ ਲੜਕੀਆਂ, ਉਹਨਾਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਹੈ, ਉਹਨਾਂ ਨੂੰ ਵੀ ਕਵਰੇਜ ਕਰਨ ਤੋਂ ਰੋਕਿਆ ਗਿਆ। ਇਹ ਕਰਨਾ ਤਾਂ ਜਾਇਜ਼ ਨਹੀਂ ਨਾ। ਨਹੀਂ, ਦੇਖੋ ਅਸੀਂ ਉਹ ਕਲੀਅਰ ਕਰਦੇ ਹਾਂ, ਪੱਤਰਕਾਰੇ ਭਾਈਚਾਰੇ ਦਾ ਅਸੀਂ ਸਤਿਕਾਰ ਕਰਦੇ ਹਾਂ। ਕੋਈ ਇਸ ਤਰ੍ਹਾਂ ਜ਼ਿੰਮੇਵਾਰ ਵਿਅਕਤੀ ਤੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਗਈ। ਚਲੋ ਉਸ 'ਚ ਭਗਦੜ 'ਚ ਜਾਂ ਕਿਸੇ ਸਿਰਫਿਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਕਰਿਆ ਗਿਆ, ਅਸੀਂ ਫਿਰ ਵੀ ਉਹ ਜੀ ਜਿਹੜਾ ਸਾਡੇ ਇਸ ਕੌਮੀ ਇਨਸਾਫ ਮੋਰਚੇ ਦੇ ਕਿਸੇ ਵੱਲੋਂ ਵੀ ਹੋਈ, ਅਸੀਂ ਫਿਰ ਵੀ ਉਹਦੀ ਪੱਤਰਕਾਰ ਭਾਈਚਾਰੇ ਤੋਂ ਮਾਫੀ ਮੰਗੀ ਹੈ, ਕਿਉਂਕਿ ਜਾਣ ਬੁੱਝ ਕੇ ਨਹੀਂ ਉੱਥੇ ਭਗਦੜ ਜੀ ਮਚੀ ਬਈ, ਪਤਾ ਹੀ ਨਹੀਂ ਲੱਗਿਆ ਕੋਈ ਕਿਸ ਨਾਲ ਕਿਸ ਤਰ੍ਹਾਂ ਹੋ ਗਿਆ। ਜਾਣ ਬੁੱਝ ਕੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ, ਅਸੀਂ ਫਿਰ ਵੀ ਉਹਨੂੰ ਕਲੀਅਰ ਕਰਿਆ ਬਈ ਦੇਖੋ ਪੱਤਰਕਾਰ ਦਾ ਸਤਿਕਾਰ ਕਰਦੇ ਆ, ਕਿਉਂਕਿ ਸਾਡੀ ਆਵਾਜ਼ ਹੈ ਜਿਹੜੀ ਉਹ ਦੇਸ਼ ਵਿਦੇਸ਼ ਤੱਕ ਪਹੁੰਚਾ ਰਿਹਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਵੀ ਉਹਨਾਂ ਨੂੰ ਅਸੀਂ ਜਾਣ ਬੁੱਝ ਕੇ ਕੋਈ ਨੁਕਸਾਨ ਪਹੁੰਚਾਇਆ। ਹੁਣ ਅੱਗੇ ਤੋਂ ਲੱਗਦਾ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਊਗਾ ਕਿ ਅੱਗੇ ਤੋਂ ਘੱਟੋ ਘੱਟ ਜਿਹਾ ਨਾ ਵਾਪਰੇ, ਕਿਉਂਕਿ ਢਾਹ ਤਾਂ ਫਿਰ ਮੋਰਚੇ ਵਾਲੇ ਪਾਸੇ ਨੂੰ ਲੱਗਦੀ ਹੈ ਨਾ। ਜਿਹੜੇ ਲੋਕ ਉੱਥੇ ਹਮਦਰਦੀ ਲੈ ਕੇ ਜਾਂਦੇ ਹੈ ਜਾਂ ਜਿਹੜੇ ਲੋਕ ਇਹ ਸੋਚ ਕੇ ਜਾਂਦੇ ਆ ਕਿ ਭਈ ਉੱਥੇ ਸਾਰਾ ਕੁਝ ਸ਼ਾਂਤਮਈ ਹੈ ਔਰ ਬੰਦੀ ਸਿੰਘ ਬਹੁਤ ਸਮੇਂ ਤੋਂ ਜੇਲ੍ਹਾਂ 'ਚ ਬੈਠੇ ਆ, ਉਹਨਾਂ ਨੂੰ ਬਾਹਰ ਲਿਆਂਦਾ ਜਾਏ, ਉਹਨਾਂ ਦੇ ਲਈ ਸੰਘਰਸ਼ ਜਿਹੜਾ ਇਕੱਠੇ ਹੋ ਕੇ ਕੀਤਾ ਜਾਏ, ਤਾਂ ਫਿਰ ਉਹਨਾਂ ਦੇ ਮਨਾਂ 'ਚ ਸਵਾਲ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਉਹ ਕਿਤੇ ਨਾ ਕਿਤੇ ਆਉਂਦੇ ਆ ਕਿ ਇੱਥੇ ਜਾਣਾ ਸ਼ਾਇਦ ਸਾਡੇ ਲਈ ਵੀ ਸੇਫ ਨਾ ਹੋਵੇ।
ਠੀਕ ਹੈ, ਗੁਰਚਰਨ ਸਿੰਘ ਹੋਣਾ ਨਾਲ ਮੇਰਾ ਸੰਪਰਕ ਲੱਗਦਾ ਟੁੱਟ ਗਿਆ ਹੈਗਾ। ਸਾਡੇ ਨਾਲ ਹੋਰ ਦਰਸ਼ਕ ਜੁੜੇ ਆ, ਉਹਨਾਂ ਤੋਂ ਵੀ ਸਵਾਲ ਲੈ ਲਈਏ। ਕੀ ਕਿੱਥੋਂ ਗੱਲ ਕਰ ਰਹੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੱਲ ਇਹ ਹੈ ਵੀ ਜਿਹੜਾ ਟਕਰਾਅ ਹੋਇਆ ਠੀਕ ਹੈ, ਮਾੜਾ ਹੈ, ਪਰ ਇੱਕ ਤੁਸੀਂ ਹਿਸਾਬ ਲਾਓ ਸਾਨੂੰ ਇੱਥੇ ਕਿਉਂ 2 ਦਰਜੇ ਦਾ ਸ਼ਹਿਰੀ ਸਮਝਿਆ ਜਾ ਰਿਹਾ? ਜਦੋਂ ਸਜ਼ਾ ਭੁਗਤ ਗਏ, ਜਿਹਨੂੰ ਜ਼ੁਲਮ ਕੀਤਾ ਦੂਨੇ ਸਾਹਿਬ ਭੁਗਤ ਗਏ, ਤੇ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੇ? ਇਹ ਗੱਲ ਤੇ ਹੈ ਨਾ, ਇਹਨਾਂ ਨੂੰ ਰਿਹਾ ਕਰਨਾ ਚਾਹੀਦਾ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਜੇਕਰ ਰਾਜੀਵ ਗਾਂਧੀ ਦੇ ਹਥਿਆਰੇ ਛੱਡੇ ਜਾ ਸਕਦੇ ਆ, ਇਹਨਾਂ ਦੇ ਕੀ ਮਾੜਾ ਕੰਮ ਕਰਤਾ ਹੈ? ਸਜ਼ਾ ਭੁਗਤ ਕੇ ਵੀ ਅੰਦਰੋਂ ਨਹੀਂ ਕੱਢ ਰਹੇ। 40 35 30 ਸਾਲ ਹੋ ਗਿਆ, ਤੇ ਇਹਨਾਂ ਨੂੰ ਸਰਕਾਰ ਨੂੰ ਵੀ ਚਾਹੀਦਾ ਕੋਈ ਇਨਸਾਫ ਕਰੇ। ਬਿਲਕੁਲ ਚਾਹੀਦਾ ਹੈਗਾ, ਪਰ ਇੱਕ ਚੀਜ਼ ਤਾਂ ਹੈ ਨਾ, ਦੇਖੋ ਜਗਤਾਰ ਸਿੰਘ ਹਵਾਰਾ ਉਹਨਾਂ ਨੇ 6 ਦਿਨ ਪਹਿਲਾਂ ਚਿੱਠੀ ਲਿਖੀ ਸੀ। ਉਹਨਾਂ ਨੇ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹ ਗੱਲਾਂ ਕਹੀਆਂ ਕਿ ਇੱਕ ਤਾਂ ਸਟੇਜ ਤੋਂ ਜਿਹੜੇ ਕਿਹੜੇ ਮੁੱਦੇ ਆ ਉਹ ਵਿਚਾਰੇ ਜਾਣਗੇ, ਉਹਨਾਂ ਨੇ ਉਹਦੇ ਵਿੱਚ ਲਿਖ ਦਿੱਤਾ ਸੀ। ਫਿਰ ਉਹਨਾਂ ਨੇ ਇਹ ਆਖਿਆ ਕਿ ਜਿਹੜਾ ਇਹ ਮੋਰਚਾ ਲੱਗਿਆ ਹੋਇਆ, ਇਸ ਨੂੰ ਤਾਰ-ਪੀੜੋ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ, ਸੰਭਲ ਕੇ ਚੱਲਣਾ ਸਾਰਿਆਂ ਨੇ, ਔਰ ਜੇਕਰ ਸੰਭਲ ਕੇ ਚੱਲਿਆ ਜਾਊਗਾ ਫਿਰ ਹੀ ਜਿੱਤ ਜਿਹੜੀ ਉਹ ਮਿਲੇਗੀ। ਪਰ ਉਹਦੇ ਬਾਵਜੂਦ ਜੇ ਇਸ ਤਰ੍ਹਾਂ ਹੋ ਰਿਹਾ, ਕੀ ਲੱਗਦਾ ਇਹਦੇ ਨਾਲ ਜਿਹੜੀ ਆਪਣੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ? ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਆ ਜਲੰਧਰ ਤੋਂ, ਕੀ ਨਾਮ ਹੈ ਜੀ ਔਰ ਕੀ ਕਹਿਣਾ ਚਾਹੁੰਦੇ ਹੋ? ਜਲੰਧਰ ਤੋਂ ਸਰ। ਹਾਂਜੀ ਹੈਲੋ, ਹਾਂਜੀ ਹਾਂਜੀ, ਕ੍ਰਿਸ਼ਨਦੇਵ ਬੋਲਿਆ ਜਲੰਧਰ ਤੋਂ ਜੀ। ਜੀ ਜੀ ਸਰ ਦੇਖੋ, ਸਰਕਾਰਾਂ ਨੇ ਨਾ, ਦੇਖੋ ਸਰਕਾਰ ਅਕਾਲੀ ਦਲ ਰਿਹਾ ਵਾ, ਉਹ ਚਾਹੀਦਾ ਸੀ ਹੱਲ ਕਰਨਾ, ਕਿਉਂ ਨਹੀਂ ਕੀਤਾ? ਇੰਨੀ ਦੇਰ ਸਿੰਘ ਬੈਠੇ ਉੱਤੇ ਸਜ਼ਾ ਬਰੀਬਰ ਕਰਕੇ ਕਿਉਂ ਨੂੰ ਰਿਹਾ ਕਰਦੇ? ਦੂਜੀ ਗੱਲ ਇਹ ਵੀ ਆ ਵੀ ਆ ਜਿਹੜੇ ਕਰ ਰਹੇ ਗਲਤ ਕੰਮ ਆ, ਜਿਹੜਾ ਏਦਾਂ ਆਪਣਾ ਕਾਨੂੰਨ ਹੱਥ ਲੈਣਾ, ਕੋੜੇ ਲੈ ਕੇ ਪੋਸਟ ਚੌਂਕ 'ਚ ਵੜ ਜਾਣਾ, ਪ੍ਰਸ਼ਾਸਨ ਕਿੱਧਰ, ਗੌਰਮੈਂਟ ਕਿੱਧਰ ਰਹੀ ਨੇ? ਦੇਖੋ ਕਿ ਨਹੀਂ, ਨਿਆਂ ਆਪਣਾ SGPC ਹੈਗੀ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਵਕੀਲ ਕਰਨ, ਵੱਡੇ ਕਰਨ, ਕਿਉਂ ਨਹੀਂ ਆ ਕਰਦੇ? ਇਹ ਕਾਲੀਆਂ ਦੀ ਸਰਕਾਰ ਇੰਨੀ ਦੀ ਰਹੀ, ਉਹਨਾਂ ਨੇ ਕਿਉਂ ਨਹੀਂ ਕੀਤਾ? ਦੱਸੋ ਤੁਸੀਂ। ਆ ਵਿਚਾਰੇ ਹੁਣ 2 ਅਸ਼ੀਰਾਂ ਦੇ ਕੇਸ ਹੋਏ ਨਾ, ਜਿਹੜੇ ਚਲੇ ਗਏ, ਇਨੋਸੈਂਟ ਹੋ ਗਏ ਉੱਥੇ, ਤੇ ਉਹ ਵਿਚਾਰੇ ਹੁਣ ਪੁਲਿਸ ਨੇ ਇਹ ਫੇਰ ਅੰਦਰ ਹੋਏ ਨੇ ਵਿਚਾਰੇ। ਪਰ ਇਹਨਾਂ ਨੂੰ ਥੋੜਾ ਦੇਖਣਾ ਚਾਹੀਦਾ ਨਾ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਕਾਨੂੰਨ ਹੱਥ ਨਹੀਂ ਲੈਣਾ ਚਾਹੀਦਾ। ਕਾਨੂੰਨ ਹੀ ਹੁੰਦਾ, ਪਰ ਆਪਣੇ ਕਾਨੂੰਨ ਦੇ ਹਿਸਾਬ ਨਾਲ ਲੜਨ। ਥੈਂਕ ਯੂ ਸਰ। ਠੀਕ ਹੈ ਜੀ, ਠੀਕ। ਅਮਰਜੀਤ ਸਾਡੇ ਨਾਲ ਰਾਜਪੁਰਾ ਤੋਂ ਜੁੜੇ। ਅਮਰਜੀਤ ਜੀ, ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਉੱਤੇ ਤੁਸੀਂ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੇਨਤੀ ਇਹ ਹੈ ਕਿ ਜੋ ਵੀ ਮੋਰਚੇ ਵਾਲੇ ਹਨ ਜੀ, ਇਹਨਾਂ ਨੂੰ ਬਹੁਤ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰ ਤਾਂ ਚਾਹੁੰਦੀ ਇਹ ਹੈ ਕਿ ਇਸ ਨੂੰ ਹਿੰਸਕ ਬਣਾਇਆ ਜਾਵੇ, ਤਾਂ ਕਿ ਇਹਨਾਂ ਦੇ ਉੱਪਰ ਫਿਰ ਫ੍ਰੀ ਮਾਈਂਡ ਹੋ ਕੇ ਜਿਸ ਤਰ੍ਹਾਂ ਵੀ ਮਰਜ਼ੀ ਕਾਰਵਾਈ ਕਰ ਸਕੀਏ। ਸਰਕਾਰ ਨੇ ਮੋਰਚੇ ਨੂੰ ਉਠਾਉਣ ਵਾਸਤੇ ਇਹੋ ਜਿਹੀਆਂ ਕਾਰਵਾਈਆਂ ਕਰਨੀਆਂ ਹੀ ਹਨ, ਪਰ ਸੁਚੇਤ ਰਹਿਣ ਦੀ ਆਪਾਂ ਨੂੰ ਜ਼ਰੂਰਤ ਹੈ, ਕਿਉਂਕਿ ਮੋਰਚੇ ਨੂੰ ਸਫਲ ਆਪਾਂ ਨੇ ਬਣਾਉਣਾ ਹੈ। ਸਰਕਾਰ ਨੇ ਤਾਂ ਫੈਲ ਕਰਨ ਵਾਸਤੇ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਹਨ, ਇਸ ਵਾਸਤੇ ਆਪਾਂ ਨੂੰ ਸੰਭਲ ਕੇ ਚੱਲਣ ਦੀ ਬਹੁਤ ਜ਼ਰੂਰਤ ਹੈ। ਮੋਰਚਾ ਤਾਂ ਹੀ ਸਫਲ ਹੋਵੇਗਾ ਜੇਕਰ ਆਪਾਂ ਸ਼ਾਂਤੀ ਬਣਾ ਕੇ ਰੱਖਾਂਗੇ। ਜੀ ਬਿਲਕੁਲ, ਇਹ ਗੱਲ ਤੁਹਾਡੀ ਠੀਕ ਹੈ ਕਿ ਸ਼ਾਂਤੀ ਬਣਾ ਕੇ ਜੇ ਚੱਲਿਆ ਜਾਏ ਔਰ ਢੰਗ ਤਰੀਕੇ ਦੇ ਨਾਲ ਚੱਲਿਆ ਜਾਏ ਤਾਂ ਫਿਰ ਹੀ ਇਹ ਮੋਰਚਾ ਜਿੱਤਿਆ ਜਾ ਸਕਦਾ। ਔਰ ਕੱਲ੍ਹ ਵੀ ਅਸੀਂ ਸਾਡੇ ਇੱਥੇ ਮਹਿਮਾਨ ਵੀ ਆਏ ਸੀ, ਮੋਰਚੇ ਦੇ ਨਾਲ ਜੁੜੇ ਹੋਏ ਸੀ ਮੈਂਬਰ। ਇਸ ਤੋਂ ਇਲਾਵਾ ਵਕੀਲ ਵੀ ਸਾਡੇ ਕੋਲੇ ਇੱਕ ਪਹੁੰਚੇ ਸੀ, ਉਹਨਾਂ ਦੇ ਨਾਲ ਅਸੀਂ ਸਾਰੇ ਮਸਲੇ 'ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਸੀ ਕਿ ਹਾਂ ਠੀਕ ਹੈ, ਆਪਾਂ ਨੂੰ ਇਹ ਰਾਹ ਚੁਣਨਾ ਚਾਹੀਦਾ, ਧਰਨਾ ਲਾਉਣਾ ਚਾਹੀਦਾ, ਇਹ ਅਧਿਕਾਰ ਵੀ ਹੈ, ਪਰ ਇਹ ਨਹੀਂ ਕਿ ਮੋਰਚੇ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਣ ਜਿਹਦੇ ਨਾਲ ਮੋਰਚੇ ਨੂੰ ਢਾਹ ਲੱਗ ਜਾਵੇ। ਪਰ ਅੱਜ ਜੋ ਕੁਝ ਹੋਇਆ ਉਹ ਜ਼ਰੂਰ ਸਵਾਲ ਖੜੇ ਕਰ ਰਿਹਾ। ਹਾਲਾਂਕਿ ਜਿਹੜੀ ਗੱਲ ਤੁਸੀਂ ਕਹੀ ਕਿ ਸਰਕਾਰਾਂ ਨੇ ਜੇ ਕੋਈ ਕੀਤਾ ਹੁੰਦਾ ਤਾਂ ਫਿਰ ਸ਼ਾਇਦ ਇਸ ਤਰ੍ਹਾਂ ਦਾ ਮਾਹੌਲ ਨਾ ਬਣਦਾ ਜਾਂ ਅੱਜ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਸੀ। ਤਾਂ ਇਸ ਤੋਂ ਪਹਿਲਾਂ ਅੱਜ ਮੋਰਚੇ ਦੇ ਵਿੱਚ ਜੋ ਕੁਝ ਹੋਇਆ, ਜਦੋਂ ਇਹ ਜਥਾ ਰਵਾਨਾ ਹੋਇਆ, ਅੱਜ ਤੀਸਰਾ ਜਥਾ ਉਹ ਚੰਡੀਗੜ੍ਹ ਵਾਲੇ ਪਾਸੇ ਜਾਣਾ ਸੀ, ਕਿਉਂਕਿ ਕੌਮੀ ਇਨਸਾਫ ਮੋਰਚਾ ਜਿਹੜਾ ਮੋਹਾਲੀ ਦੇ ਵਿੱਚ ਲੱਗਿਆ ਹੋਇਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਹੁਣ ਜਥਾ ਇੱਕ ਭੇਜਿਆ ਕਰਾਂਗੇ ਜੋ CM ਦੀ ਰਿਹਾਇਸ਼ ਦੇ ਬਾਹਰ ਜਾ ਕੇ ਜਾਪ ਕਰਿਆ ਕਰੇਗਾ। ਔਰ ਇਹਦਾ ਸਿੱਧਾ ਮਤਲਬ ਇਹ ਸੀ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈ ਜਾਏ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਪਰ ਪਹਿਲੇ ਦਿਨ ਵੀ ਚੰਡੀਗੜ੍ਹ ਬਾਰਡਰ ਤੇ ਜਥੇ ਨੂੰ ਰੋਕ ਲਿਆ ਗਿਆ, ਫਿਰ ਦੂਸਰੇ ਦਿਨ ਵੀ ਜਥੇ ਨੂੰ ਰੋਕ ਲਿਆ ਗਿਆ। ਅੱਜ ਤੀਸਰਾ ਜਥਾ ਰਵਾਨਾ ਹੋਇਆ ਸੀ ਤੇ ਉਸ ਨੂੰ ਵੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਦੋਂ ਰੋਕਿਆ ਗਿਆ,
ਉਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਚਾਲੇ ਤਲਖੀ ਵੱਧ ਗਈ। ਮਸਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਟਕਰਾਅ ਤੱਕ ਪਹੁੰਚ ਗਈ ਔਰ ਟਕਰਾਅ ਤੋਂ ਬਾਅਦ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਸੀਂ ਟੀਵੀ ਸਕਰੀਨ ਤੇ ਦੇਖ ਵੀ ਰਹੇ ਹੋ। ਪਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਨਹੀਂ ਬਣਨੇ ਚਾਹੀਦੇ ਸੀ। ਕਾਲਰ ਹੋਰ ਸਾਡੇ ਨਾਲ ਜੁੜੇ ਆ, ਕਿੱਥੋਂ ਗੱਲ ਕਰ ਰਹੇ ਹੋ ਜੀ, ਕੀ ਨਾਮ ਹੈ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਹਾਂਜੀ, ਪਟਿਆਲੇ ਤੋਂ ਬੋਲ ਰਹੇ ਜੀ, ਹਰਿੰਦਰਪਾਲ ਸਿੰਘ ਜੀ। ਹਰਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ, ਜਿਹੜੀ ਅੱਜ ਦੀ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਹੋਈ ਹੈ, ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਦੂਜੇ ਬੰਦਿਆਂ ਵੱਲੋਂ ਕੀਤੀ ਗਈ ਹੈ। ਪਥਰਾਓ ਕੀਤਾ ਗਿਆ, ਸ਼ਾਂਤਮਈ ਮਾਹੌਲ ਨੂੰ ਖਰਾਬ ਕੀਤਾ ਗਿਆ। ਕਿਉਂ 2 ਦਿਨ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਰਹੀਆਂ ਸੀ ਸਿੰਘਾਂ ਦੀਆਂ ਜੀ, ਕੌਮੀ ਇਨਸਾਫ ਮੋਰਚੇ ਦੀਆਂ, ਬਿਲਕੁਲ ਸ਼ਾਂਤਮਈ ਪੰਜਾਬ ਕਰ ਰਹੀਆਂ ਸੀਗੀਆਂ ਤੇ ਗ੍ਰਿਫਤਾਰੀਆਂ ਹੋ ਰਹੀਆਂ ਸੀ। ਅੱਜ ਕੀ ਹੋ ਗਿਆ ਇਹਨਾਂ ਨੂੰ? ਸਰਕਾਰ ਨੂੰ ਕੀ ਭੱਜਣਾ ਪੈ ਗਈਆਂ ਵੀ ਜਿਹੜੀ ਇਹ ਪਥਰਾਵ ਕਰਾਉਣਾ ਪੈ ਗਿਆ ਔਰ ਮਾਹੌਲ ਖਰਾਬ ਕਰਾਉਣਾ ਪੈ ਗਿਆ? ਕੀ ਚੱਕਰ ਹੈ ਇਹ? ਕਿਤੇ ਸਰਕਾਰ ਇਹ ਤਾਂ ਨਹੀਂ ਸਮਝਦੀ ਵੀ ਇਹ ਮਾਹੌਲ ਖਰਾਬ ਕਰਨ ਤੋਂ ਵੀ ਕਿਤੇ ਭੋਲੇ ਭਾਲੇ ਸਿੰਘ ਕਿਤੇ ਘਬਰਾ ਚ ਆ ਜਾਣਗੇ? ਇਹ ਇਹਨਾਂ ਦੀ ਬੁਲਖਾਟ ਹੈ, ਇਹਨਾਂ ਦੀ। ਇਹ ਤਾਂ ਦੂਣ ਸਵਾਣੇ ਹੋਣਗੇ ਕੱਲ ਤੋਂ। ਠੀਕ ਹੈ। ਹੋਰ ਕਾਲਰ ਸਾਡੇ ਨਾਲ ਜੁੜੇ ਆ। ਜਸਵੰਤ ਜੀ, ਕੀ ਕਹਿਣਾ ਚਾਹੁੰਦੇ ਹੋ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਮੇਰੀ ਆਵਾਜ਼ ਸੁਣ ਰਹੇ ਹੋ ਜੀ ਤੁਸੀਂ? ਬਿਲਕੁਲ। ਇਸ ਤੋਂ ਪਹਿਲਾਂ ਇੱਕ ਬਿਆਨ ਜਿਹੜਾ ਇਹ ਕੌਮੀ ਇਨਸਾਫ ਮੋਰਚੇ ਦੇ ਆਗੂ ਦੇ ਵੱਲੋਂ ਦਿੱਤਾ ਗਿਆ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਉੱਥੇ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਜੋ ਕੁਝ ਹੋ ਰਿਹਾ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ, ਤਾਂ ਉਸ 'ਤੇ ਉਹ ਕੀ ਕੁਝ ਆਖ ਰਹੇ ਸੀ ਉਹ ਵੀ ਆਪਾਂ ਸੁਣ ਲੈਂਦੇ ਹਾਂ। ਪੁਲਿਸ ਨੇ ਭੜਕਾਹਟ ਪੈਦਾ ਕੀਤੀ ਹੈ। ਅਸੀਂ ਇਸ ਪ੍ਰਦਰਸ਼ਨ ਨੂੰ ਖਰਾਬ ਨਹੀਂ ਹੋਣ ਦੇਵਾਂਗੇ। ਸਿੱਖ ਸੰਗਤ ਨੂੰ ਇੱਕ ਹੀ ਬੇਨਤੀ ਹੈ ਕਿ ਅਸੀਂ ਹਿੰਸਕ ਨਹੀਂ ਹੋਣਾ। ਅਸੀਂ ਤਲਵਾਰਾਂ ਮਿਆਨਾਂ ਚੋਂ ਬਾਹਰ ਨਹੀਂ ਕੱਢਣੀਆਂ। ਅਸੀਂ ਜੇ ਇਸ ਜੰਗ ਨੂੰ ਜਿੱਤਣਾ ਤਾਂ ਸਾਡੇ ਲਈ ਸ਼ਾਂਤਮਈ ਰਹਿਣਾ ਜ਼ਰੂਰੀ ਹੈ। ਦੇਖੋ, ਬਿਲਕੁਲ ਮੈਂ ਇਸ ਗੱਲ ਦੀ ਨਿੰਦਾ ਕਰਦਾ। ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ ਜੇ ਇਸ ਜੰਗ ਨੂੰ ਜਿੱਤਣਾ ਹੈ। ਪੱਗਾਂ ਲਾਹੁਣ ਦਾ ਜਵਾਬ ਸਰਕਾਰ ਕੋਲੋਂ ਲਿਆ ਜਾਏਗਾ, ਪਰ ਅਸੀਂ ਸ਼ਾਂਤਮਈ ਰਹਿਣਾ ਹੈ। ਪੱਥਰਬਾਜ਼ੀ ਹੋ ਰਹੀ ਹੈ। ਜੇ ਭਈਏ ਪੱਥਰ ਮਾਰ ਰਹੇ ਆ ਤਾਂ ਇਹ ਆਰਐਸਐਸ ਦੀ ਔਰ ਸਰਕਾਰ ਦੀ ਤੇ ਬਾਦਲਾਂ ਦੀ ਔਰ ਪੁਲਿਸ ਦੇ ਮਾਫੀਏ ਦੀ ਸਾਜ਼ਿਸ਼ ਹੈ। ਬੀਬੀਆਂ ਔਰਤਾਂ ਵੀ ਨਹੀਂ ਬਖਸ਼ੇਗੇ, ਗਿੱਲੀਆਂ ਕੀਤੀਆਂ ਬੀਬੀਆਂ ਦੇ। ਦੇਖੋ, ਹਰ ਇੱਕ ਗੱਲ ਦਾ ਜਵਾਬ ਮੰਗਿਆ ਜਾਏਗਾ, ਪਰ ਹੁਣ ਸ਼ਾਂਤੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਕੀ ਕੁਝ ਕਹਿਣਾ ਚਾਹੁੰਦੇ ਹੋ ਜੀ, ਕਿੱਥੋਂ ਗੱਲ ਕਰ ਰਹੇ ਹੋ, ਨਾਮ ਦੱਸਿਓ ਆਪਣਾ। ਜੀ ਬਿਲਕੁਲ, ਤੁਸੀਂ ਮੋਰਚੇ ਦੇ ਮੈਂਬਰ ਕੀ ਕੁਝ ਆਖ ਰਹੇ ਆ ਉਹ ਵੀ ਸੁਣ ਲਿਆਗਾ, ਪਰ ਇੱਥੇ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਜਾਵੇ ਔਰ ਕੌਮੀ ਇਨਸਾਫ ਮੋਰਚਾ ਜਿਸ ਕੰਮ ਦੇ ਲਈ ਲੱਗਿਆ ਹੋਇਆ ਉਸ 'ਤੇ ਫੋਕਸ ਰੱਖਿਆ ਜਾਵੇ, ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਇਹ ਚੀਜ਼ ਜਾਊਗੀ ਕਿ ਜਿਹੜਾ ਇਨਸਾਫ ਮੋਰਚਾ ਉੱਥੇ ਲੱਗਿਆ ਹੋਇਆ ਉਹ ਜੇ ਇਸ ਤਰ੍ਹਾਂ ਦੇ ਹਾਲਾਤ ਬਣਾਉਂਦਾ, ਅਸੀਂ ਜੇਕਰ ਉਹਦੇ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਕਿਤੇ ਇਹ ਨਾ ਹੋਵੇ ਕਿ ਸਾਡੇ ਉੱਤੇ ਵੀ ਜਿਹੜਾ ਉਹ ਕੋਈ ਸਾਡਾ ਵੀ ਨੁਕਸਾਨ ਹੋਵੇ ਇਸ ਸਾਰੀ ਚੀਜ਼ ਦੇ ਵਿੱਚ। ਕਿਉਂਕਿ ਸ਼ਾਂਤਮਈ ਢੰਗ ਦੇ ਨਾਲ ਜਦੋਂ ਮੋਰਚਾ ਚੱਲਦਾ ਰਿਹਾ ਤੇ ਬਹੁਤ ਸਾਰੇ ਲੋਕ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ। ਮੰਗ ਉਹਨਾਂ ਦੀ ਇਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਹਰੇਕ ਦੇ ਮਨ ਦੇ ਵਿੱਚ ਚੀਜ਼ ਇਹੀ ਹੈ ਕਿ ਜੇਕਰ ਉਹ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹੈ ਤੇ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ ਹੋਇਆ, ਉਹਨਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਬਹੁਤ ਸਾਰੇ ਗਾਇਕ ਜਿਹੜੇ ਨੇ ਉਹ ਵੀ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ। ਉਹਨਾਂ ਨੇ ਗੀਤ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਿਖਣੇ ਸ਼ੁਰੂ ਕਰ ਦਿੱਤੇ ਤਾਂ ਜੋ ਸਰਕਾਰਾਂ ਤੱਕ ਵੀ ਆਵਾਜ਼ ਪਹੁੰਚੇ ਔਰ ਲੋਕਾਂ ਦੇ ਵਿੱਚ ਵੀ ਇੱਕ ਵੱਡਾ ਸੁਨੇਹਾ ਜਾਵੇ, ਲੋਕ ਵੀ ਆਪ ਮੁਹਾਰੇ ਆ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ। ਇਸੇ ਮਸਲੇ ਤੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਆ, ਨਿਰਮਲਜੀਤ ਸਿੰਘ ਫਤਿਹਗੜ੍ਹ ਸਾਹਿਬ ਤੋਂ। ਜੀ ਨਿਰਮਲਜੀਤ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਰਾਏ ਹੈ ਇਸ ਮਸਲੇ ਤੇ ਤੁਹਾਡੀ? ਜੀ ਹੋਰ ਆ ਨਾ ਗੱਲ ਤੇ ਅਭੀ ਦੇਖੋ ਮਸਲਾ ਇੰਨਾ ਭਖਣਾ ਚਾਹੀਦਾ ਨਹੀਂ ਤਾਂ ਜਿੰਨਾ ਭਖ ਗਿਆ। ਹਾਂਜੀ ਜੀ, ਚਲੋ ਇੰਨੇ ਹਾਲ ਹੋ ਗਏ ਬੰਦੀ ਸਿੰਘਾਂ ਦੀ, ਚਲੋ ਰਹੀ ਤਾਂ ਆਪਾਂ ਮੰਨਦੇ ਹਾਂ ਹੋਣੀ ਚਾਹੀਦੀ ਹੈ। ਤੇ ਇਹ ਸਰਕਾਰਾਂ ਕੀ ਵੀ ਕਰ ਰਹੀਆਂ ਹੈ, ਤੁਹਾਨੂੰ ਵੀ ਉਹ ਚਾਹੀਦਾ ਨਾ। ਥੋੜੇ ਜਿਹੇ ਤੁਸੀਂ ਮੀਡੀਆ ਵਾਲੇ ਬੰਦੇ ਹੋ, ਠੀਕ ਆ, ਗੱਲ ਕਰਦੇ ਹੋ, ਠੀਕ ਗੱਲ ਕਰਦੇ ਹੋ, ਪਰ ਮਾੜੇ ਮੋਟੇ ਹੈ
ਨਹੀਂ ਸਾਨੂੰ ਕੀ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ ਜੀ ਦੱਸੋ। ਨਹੀਂ ਸਾਨੂੰ ਤੁਸੀਂ ਤਾਂ ਚਲੋ ਮੀਡੀਆ ਤੋਂ ਦਿਖਾ ਤਾਂ ਰਹੇ ਹੋ, ਜਦ ਸਰਕਾਰਾਂ ਦਾ ਕੋਈ ਗੱਲ ਤਾਂ ਪਹੁੰਚਾਓ ਨਾ ਥੋੜੀ ਜਿਹੀ ਹੈ। ਕਿਵੇਂ ਜੀ? ਦੇਖੋ ਨਹੀਂ ਹੋ ਰਹਾ, ਨਹੀਂ ਹੋ ਰਹਾ ਜੀ ਕਿ ਜੋ ਹੈ ਜੀ। ਹਾਂਜੀ ਤੁਹਾਡੀ ਇੱਕ ਆ ਗੱਲ ਨਾ ਵੀ ਹੁਣ ਦੇਖੋ ਇੰਨੇ ਸਾਲ ਹੋ ਗਏ ਆਏ ਬੰਦੇ ਨੂੰ ਅੰਦਰ ਬੈਠਿਆਂ ਨੂੰ, ਜੇ ਆਪਾਂ ਬੈਠੀਏ ਆਪਣੇ ਕੋਲੋਂ ਲਾਈਏ ਨਾ ਆਪਾਂ ਹੈ, ਇੰਨੇ ਸਾਲ ਹੋ ਜੇ ਤੁਸੀਂ ਆਪਣਾ ਹਿਸਾਬ ਨਾਲ ਮਿਲੇ ਫਿਰ ਕੀ ਹੋਊਗਾ? ਆਪਣੇ ਘਰ ਤੱਕ ਨਹੀਂ, ਆਪਣੇ ਘਰ ਦੇ ਕੀ ਕਰਨਗੇ ਆਪਾਂ? ਨਹੀਂ ਕੀ ਹੋਣਾ ਚਾਹੁੰਦੇ, ਤੁਹਾਡੀ ਗੱਲ ਨਾ ਕਲੀਅਰ ਨਹੀਂ ਹੋ ਪਾ ਰਹੀ। ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ? ਠੀਕ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਆਪਾਂ ਕਰ ਰਹੇ ਹਾਂ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਪਰ ਤੁਹਾਨੂੰ ਕੀ ਲੱਗਦਾ ਕਿ ਕੀ ਸਹੀ ਢੰਗ ਤਰੀਕਾ ਹੋਣਾ ਚਾਹੀਦਾ, ਕਿਵੇਂ ਰਿਹਾਈ ਹੋਊਗੀ? ਨਹੀਂ ਚਲੋ ਮਾੜਾ ਮੋਟਾ ਜੋ ਹੋਊਗਾ ਗਲਤੀ, ਹਾਂ ਥੋੜੀ ਜਿਹੀ ਗਲਤੀ ਹੋਈ ਹੈ, ਚਲੋ ਗਲਤੀ ਹੋ ਗਈ ਹੋਣੀ, ਚਲੋ ਹਾਂ, ਪਰ ਮੈਂ ਉੱਥੇ ਆਈ ਨਹੀਂ, ਆਪਾਂ ਤਾਂ ਹੈ ਨਹੀਂ ਕਿੰਨਾ। ਠੀਕ ਹੈ ਠੀਕ ਹੈ ਜੀ। ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਆ, ਜਸਵੀਰ ਜੀ ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ। ਹਾਂਜੀ ਹਾਂਜੀ ਹਾਂ ਸਰ, ਪਟਿਆਲੇ ਤੋਂ ਬੋਲ ਰਹੇ ਹਾਂ ਅਸੀਂ ਜੀ। ਬਾਕੀ ਜੋ ਅਸੀਂ ਦੇਖ ਰਹੇ ਬਹੁਤ ਮਾੜਾ ਹੋਇਆ ਜੀ। ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਉਹਨਾਂ ਦਾ ਹੱਕ ਬਣਦਾ ਹੈ। ਇੱਕ ਬੰਦੇ ਨੂੰ ਸਜ਼ਾ 3 ਵਾਰੀ ਭੁਗਤ ਚੁੱਕੇ ਆ, ਉਹਨਾਂ ਨੂੰ ਛੱਡਣਾ ਵੀ ਰਿਹਾ ਕਰਨਾ ਚਾਹੀਦਾ ਸਰਕਾਰ ਨੂੰ। ਇਹ ਸਰਕਾਰ ਦੀ ਨਾਕਾਮੀ ਕਰਕੇ ਇਹ ਕੰਮ ਹੋਇਆ ਜੀ। ਜੇ ਸਰਕਾਰ ਚਾਹੇ ਤੇ ਇਹ ਕੰਮ ਹੋਣ ਕਿਉਂ ਦੇਵੇ? ਸਰਕਾਰ ਨੇ ਆਪ ਕਰਾਇਆ। ਪਹਿਲੇ ਉੱਥੇ ਆਪ ਨੂੰ ਉੱਥੇ ਜਦ ਧਰਨਾ ਲਵਾ ਕੇ ਧਰਨਾ ਉਹਨਾਂ ਨੂੰ 1 ਮਹੀਨੇ ਤੋਂ ਉੱਪਰ ਹੋ ਗਿਆ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੀ। ਤੇ ਇਹਨਾਂ ਦੀ ਨਾਕਾਮੀ ਕਰਕੇ ਇਹਨਾਂ ਨੇ ਸ਼ਾਇਦ ਲੈ ਕੇ ਕੰਮ ਖਰਾਬ ਕੀਤਾ, ਪਤਾ ਹੋ ਵੀ ਦੰਗੇ ਫਸਾਦ ਕਰਾ ਦਿਏ ਇੱਕ ਵਾਰੀ। ਅੱਛਾ ਇੱਕ ਚੀਜ਼ ਦੱਸੋ ਕਿ ਸਰਕਾਰਾਂ ਨੂੰ ਲੋਕ ਚੁਣਦੇ ਆ, ਜੇ ਲੋਕਾਂ ਸਰਕਾਰਾਂ ਲੋਕ ਚੁਣਦੇ ਆ, ਇਹ 2 ਸਰਕਾਰਾਂ ਸ਼ੁਰੂ ਤੋਂ ਸਿੱਖ ਕੌਮ ਨਾਲ ਇਹ ਸਰਕਾਰਾਂ ਲੜਦੀਆਂ ਟਕਰਾਅ ਕਰਦੀਆਂ ਆਈਆਂ। ਇਹਨਾਂ ਨੇ ਕਦੀ ਪੰਜਾਬ ਦਾ ਭਲਾ ਨਹੀਂ ਸੋਚਿਆ। ਇਹ ਜੋ ਸੈਂਟਰ ਗਵਰਨਮੈਂਟ ਦਾ ਜੋ ਵੀ ਹੈ, ਇਹ ਕਦੀ ਪੰਜਾਬ ਦਾ ਭਲਾ ਨਹੀਂ ਸੋਚਦੇ। ਫਿਰ ਕੌਣ ਸੋਚੇਗਾ ਭਲਾ? ਇਹਨਾਂ ਦੀ ਇੱਕ ਬੰਦਾ ਸਜ਼ਾ ਭੁਗਤ ਚੁੱਕਾ ਹੈ, ਜੋ ਕਾਨੂੰਨ ਕਾਰਵਾਈ ਹੈ ਉਹਦੇ ਮੁਤਾਬਕ ਉਹਨੂੰ ਰਿਹਾ ਕਰਨਾ ਚਾਹੀਦਾ। ਮੈਂ ਉਹੀ ਕਹਿ ਰਿਹਾ ਕਿ ਫਿਰ ਕੌਣ ਸੁਣੇਗਾ? ਜੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਨਹੀਂ ਸੁਣ ਰਹੀਆਂ, ਫਿਰ ਸੁਣਵਾਈ ਕਿੱਥੇ ਹੋਏਗੀ? ਉਹ ਖਰਾਬ ਕਰਾਇਆ ਦੰਗੇ ਫਸਾਦ ਕਰਾ ਕੇ, ਨਾਮ ਇਹਨਾਂ ਦਾ ਮੋਰਚਾ ਦਾ ਲਾਤਾ। ਉਹ ਤਾਂ 1 ਮਹੀਨੇ ਦਾ ਬੈਠੇ, ਕਦੀ ਪਹਿਲੇ ਕਿਉਂ ਨਹੀਂ ਹੋਇਆ, ਅੱਜ ਕਿਉਂ ਹੋਇਆ? ਅੱਜ ਉਹ ਆਪਣੇ ਜਾਬ ਕਰਦੀਆਂ ਸ਼ਾਂਤਮਈ ਢੰਗ ਨਾਲ ਜਾ ਰਹੇ ਨੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅੱਜ ਤੱਕ ਬਾਹਰ ਨਹੀਂ ਆਇਆ ਕੋਈ ਸੁਣਨ ਉਹਨਾਂ ਦੀ ਗੱਲ। ਠੀਕ ਹੈ ਠੀਕ ਹੈ। ਤਾਂ ਇਹ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ। ਪਹਿਲਾਂ ਅਸੀਂ ਸਾਰਾ ਕੁਝ ਦੱਸਿਆ ਕਿ ਇਹ ਕੌਮੀ ਇਨਸਾਫ ਮੋਰਚਾ ਲੱਗਿਆ ਕਿਉਂ ਹੋਇਆ। ਇਹ ਕੌਮੀ ਇਨਸਾਫ ਮੋਰਚਾ ਜੋ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ, 32 ਸਾਲ 30 ਸਾਲ ਤੇ 25 ਸਾਲ ਤੋਂ ਵੀ ਵੱਧ ਸਮਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਹੋ ਚੁੱਕਿਆ ਹੈ। ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ। 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਹੁਣ ਇੱਕ ਨਵਾਂ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਸੀ, ਉਹ ਇਹ ਸੀ ਕਿ ਸੀਐਮ ਦੀ ਰਿਹਾਇਸ਼ ਦੇ ਬਾਹਰ ਜਾ ਕੇ ਜਾਪ ਕੀਤਾ ਜਾਊਗਾ। ਜਥੇ ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਉੱਥੇ ਜਾ ਕੇ ਜਾਪ ਕਰਨਗੇ, ਪਰ ਬੀਤੇ 2 ਦਿਨਾਂ ਤੋਂ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਸੀ। ਅੱਜ ਫਿਰ ਇੱਕ ਜਥਾ ਰਵਾਨਾ ਹੋਇਆ ਔਰ ਉਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਬਾਰਡਰ ਦੇ ਉੱਤੇ ਰੋਕਿਆ ਗਿਆ। ਫਿਰ ਇੱਕ ਧਿਰ ਦੇ ਵੱਲੋਂ ਜੋ ਕਿ ਤੀਸਰੀ ਧਿਰ ਸੀ, ਉਹਨਾਂ ਵੱਲੋਂ ਪੱਥਰਬਾਜ਼ੀ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਤੈਸ਼ ਦੇ ਵਿੱਚ ਆਏ ਜਿਹੜੇ ਜਥੇ ਦੇ ਲੋਕ ਹੁੰਦੇ ਆ, ਉਹ ਪੁਲਿਸ ਦੇ ਬੈਰੀਗੇਟਿੰਗ ਭੰਨ ਦਿੰਦੇ ਆ, ਅੱਗੇ ਤੱਕ ਚਲੇ ਜਾਂਦੇ ਆ ਤੇ ਇਹ ਸਾਰਾ ਜਿਹੜਾ ਮਸਲਾ ਆ ਉਹ ਕਾਫੀ ਜ਼ਿਆਦਾ ਉਲਝ ਜਾਂਦਾ, ਕਾਫੀ ਤਲਖੀ ਵੱਧਦੀ ਹੈ ਔਰ ਪੱਥਰਬਾਜ਼ੀ ਤੋਂ ਲੈ ਕੇ ਬਾਅਦ ਦੇ ਵਿੱਚ ਤਲਵਾਰਾਂ ਤੱਕ ਲਹਿਰਾਈਆਂ ਜਾਂਦੀਆਂ, ਤਲਵਾਰਾਂ ਚੱਲਦੀਆਂ ਨੇ। ਉਧਰ ਪੁਲਿਸ ਦੇ ਵੱਲੋਂ ਲਾਠੀ ਚਾਰਜ ਕਰ ਦਿੱਤਾ ਜਾਂਦਾ ਔਰ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਜ਼ਖਮੀ ਵੀ ਹੋਏ ਆ। ਇੱਥੋਂ ਤੱਕ ਕਿ ਮੀਡੀਆ ਕਰਮੀ ਉਹ ਵੀ ਜ਼ਖਮੀ ਹੋਏ ਨੇ ਇਹਦੇ ਵਿੱਚ। ਔਰ ਇਹ ਸਾਰਾ ਮਸਲਾ ਇਸ ਕਰਕੇ ਅੱਜ ਇਹਦੇ 'ਤੇ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਿਹਾ ਸੀ ਔਰ ਬੀਤੇ ਦਿਨ ਜਗਤਾਰ ਸਿੰਘ ਹਵਾਰਾ ਜੋ ਕਿ ਜਿਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਔਰ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਆਖਿਆ ਸੀ ਕਿ ਇੱਕ ਤਾਂ ਸਟੇਜ ਦੇ ਉੱਤੋਂ ਦੂਸ਼ਣਬਾਜ਼ੀ ਨਹੀਂ ਕੀਤੀ ਜਾਏਗੀ। ਮੁੱਦੇ ਉਹਨਾਂ ਨੇ ਦੱਸੇ ਸੀ ਕਿ ਇਸ ਸਟੇਜ ਤੋਂ ਕਿਹੜੇ ਵਿਚਾਰੇ ਜਾਣਗੇ, ਉਸ ਤੋਂ ਇਲਾਵਾ ਕੋਈ ਹੋਰ ਮੁੱਦਾ ਨਹੀਂ ਹੋਣਾ ਚਾਹੀਦਾ, ਕੋਈ ਸਿਆਸੀ ਗੱਲ ਕਿਸੇ ਨੂੰ ਨਹੀਂ ਕਰਨ ਦਿੱਤੀ ਜਾਏਗੀ। ਤੇ ਨਾਲ ਹੀ ਉਹਨਾਂ ਨੇ ਆਖਿਆ ਸੀ ਕਿ ਇਸ ਇਨਸਾਫ ਮੋਰਚੇ ਨੂੰ ਤਾਰ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ, ਇਸ ਕਰਕੇ ਫੂਕ ਕੇ ਕਦਮ ਧਰਨਾ ਪਊਗਾ, ਕਿਸੇ ਨੂੰ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਔਰ ਇਹ ਚਿੱਠੀ ਜਿਹੜੇ ਉੱਥੇ ਮੋਰਚੇ ਦੇ ਆਗੂ ਨੇ ਉਹਨਾਂ ਨੂੰ ਲਿਖੀ ਗਈ ਸੀ,
ਉਹਨਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਤੁਸੀਂ ਰੱਖਣਾ ਹੈ। ਪਰ ਉਹਦੇ ਬਾਵਜੂਦ ਇਹ ਸਾਰਾ ਕੁਝ ਵਾਪਰਿਆ ਤੇ ਸਵਾਲ ਖੜੇ ਹੋ ਰਹੇ ਨੇ ਕਿ ਫਿਰ ਕਿਤੇ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਸੀ ਕਿਤੇ ਉਸ ਨੂੰ ਬੂਰ ਤਾਂ ਨਹੀਂ ਪੈ ਗਿਆ। ਹੁਣ ਅੱਗੇ ਕੌਮੀ ਇਨਸਾਫ ਮੋਰਚੇ ਦਾ ਕਦਮ ਕੀ ਹੋਏਗਾ, ਕਿਉਂਕਿ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ CCTV ਫੁਟੇਜ ਜਾਰੀ ਕੀਤੀਆਂ ਗਈਆਂ ਨੇ। ਉਸ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਸਾਡੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ। ਜਿਹੜੇ ਵਹੀਕਲ ਲੈ ਕੇ ਉੱਥੇ ਪਹੁੰਚੇ ਸੀਗੇ, ਵਾਟਰ ਕੈਨਨ ਜਿਹੜੇ ਉੱਥੇ ਪਹੁੰਚੇ ਸੀਗੀਆਂ, ਉਹਨਾਂ ਦੀ ਕਿਸ ਤਰ੍ਹਾਂ ਭੰਨਤੋੜ ਕੀਤੀ ਗਈ, ਜਾਂ ਫਿਰ ਹੋਰ ਉੱਥੇ ਪੁਲਿਸ ਦਾ ਜਿਹੜਾ ਸੁਰੱਖਿਆ ਦੇ ਲਈ ਸਮਾਨ ਸੀਗਾ ਜੋ ਵੀ ਗਾਇਬ ਦੱਸਿਆ ਜਾ ਰਿਹਾ ਹੈ। ਤਾਂ ਇਸ ਮਸਲੇ ਦੇ ਉੱਤੇ ਮਾਮਲਾ ਜਿਹੜਾ ਪੁਲਿਸ ਦੇ ਵੱਲੋਂ ਦਰਜ ਕੀਤਾ ਜਾ ਸਕਦਾ ਹੈ। ਇਹਨਾਂ CCTV ਤਸਵੀਰਾਂ ਦੇ ਰਾਹੀਂ ਜਿਹੜਾ ਮਾਮਲਾ ਉਹ ਦਰਜ ਹੋ ਸਕਦਾ ਹੈ। ਤਾਂ ਫਿਰ ਜੇਕਰ ਅਜਿਹਾ ਕੁਝ ਹੋ ਜਾਂਦਾ, ਕਿਤੇ ਇਹ ਤਾਂ ਨਹੀਂ ਕਿ ਕੌਮੀ ਇਨਸਾਫ ਮੋਰਚਾ ਜਿਹੜੇ ਕੰਮ ਦੇ ਲਈ ਲੱਗਿਆ ਉਹ ਆਊਟ ਆਫ ਟਰੈਕ ਹੋ ਜਾਊਗਾ, ਜਾਂ ਜਿਹੜੇ ਆਗੂ ਬਣ ਕੇ ਬੈਠੇ ਹੋਏ ਹੈ ਕਿਤੇ ਉਹ ਇਸ ਚੀਜ਼ ਤੋਂ ਨੈਗੇਟਿਵ ਹੋਣਗੇ, ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਇਹ ਚੀਜ਼ਾਂ ਆਉਣਗੀਆਂ ਕਿ ਅੱਗੇ ਕਿਤੇ ਵੱਡਾ ਕੋਈ ਇਸ ਤਰ੍ਹਾਂ ਦਾ ਦੁਬਾਰਾ ਘਟਨਾਕ੍ਰਮ ਨਾ ਵਾਪਰ ਜਾਵੇ। ਇਹ ਸਾਰੇ ਸਵਾਲ ਨੇ। ਹਾਲਾਂਕਿ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲਦਾ ਹੈ ਜਾਂ ਫਿਰ ਇਸ ਮਸਲੇ ਦੇ ਉੱਤੇ ਅੱਗੇ ਕੀ ਕੌਮੀ ਇਨਸਾਫ ਮੋਰਚਾ ਫੈਸਲਾ ਲੈਂਦਾ, ਇਹ ਸਾਰੀਆਂ ਚੀਜ਼ਾਂ ਬੜੀਆਂ ਵਿਚਾਰਨ ਵਾਲੀਆਂ। ਇਸੇ ਮਸਲੇ ਦੇ ਉੱਤੇ ਗੁਰਦਰਸ਼ਨ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਆ, ਸਿੱਖ ਬੁੱਧੀਜੀਵੀ ਨੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਰਾ ਕੁਝ ਜੋ ਵਾਪਰਿਆ ਆ ਉਸ ਉੱਤੇ ਉਹਨਾਂ ਦੀ ਕੀ ਰਾਏ ਹੈ, ਕੀ ਉਹ ਆਪਣਾ ਪੱਖ ਰੱਖਦੇ, ਕੀ ਕੁਝ ਕਹਿਣਾ ਚਾਹੁੰਦੇ ਆ, ਇਹ ਸਾਰੀ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ। ਕਿਉਂਕਿ ਮੋਰਚਾ ਜੇ ਇਹ ਕਿਹਾ ਜਾਂਦਾ ਕਿ ਇਹ ਕੌਮ ਦੇ ਲਈ ਲੱਗਿਆ ਹੋਇਆ, ਕੌਮ ਦੇ ਲੋਕਾਂ ਦੇ ਲਈ ਲੱਗਿਆ ਹੋਇਆ, ਤਾਂ ਫਿਰ ਉਸ ਮੋਰਚੇ ਨੂੰ ਕਿਸ ਹਿਸਾਬ ਦੇ ਨਾਲ ਅੱਗੇ ਲੈ ਕੇ ਜਾਣਾ ਹੈ ਔਰ ਕਿਸ ਹਿਸਾਬ ਦੇ ਨਾਲ ਉਸ ਮੋਰਚੇ ਨੂੰ ਜਿੱਤਣਾ ਹੈ, ਇਹ ਸਾਰੇ ਪਹਿਲੂਆਂ ਦੇ ਉੱਤੇ ਗੱਲਬਾਤ ਕਰਨੀ ਬੜੀ ਅਹਿਮ ਹੋ ਜਾਂਦੀ ਹੈ। ਗੁਰਦਰਸ਼ਨ ਜੀ, ਸਭ ਤੋਂ ਪਹਿਲਾਂ ਸਵਾਗਤ, ਸਤਿ ਸ੍ਰੀ ਅਕਾਲ ਜੀ। ਗੁਰਦਰਸ਼ਨ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਦੁਬਾਰਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਮੇਰੀ ਆਵਾਜ਼ ਲੱਗਦਾ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਇਸੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਸਾਰੇ ਲੋਕ ਕਾਲ ਕਰ ਰਹੇ ਸੀ, ਉਹਨਾਂ ਨੇ ਆਪੋ ਆਪਣੀ ਰਾਏ ਦਿੱਤੀ ਹੈ ਇਸ ਮਸਲੇ ਦੇ ਉੱਤੇ। ਕੁਝ ਕਹਿੰਦੇ ਆ ਕਿ ਇਹ ਘਟਨਾਕ੍ਰਮ ਜੋ ਵਾਪਰਿਆ ਉਹ ਨਹੀਂ ਹੋਣਾ ਚਾਹੀਦਾ ਸੀ, ਕੁਝ ਆਖਦੇ ਆ ਕਿ ਸਰਕਾਰ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਜਾਣਬੁੱਝ ਕੇ ਉਹਨਾਂ ਨੂੰ ਉਕਸਾਇਆ ਗਿਆ। ਪਰ ਮਸਲਾ ਇਹ ਹੈ ਕਿ ਕਿਸੇ ਦੇ ਵੱਲੋਂ ਵੀ ਉਕਸਾਇਆ ਗਿਆ ਹੋਵੇ, ਸਵਾਲ ਕੌਮੀ ਇਨਸਾਫ ਮੋਰਚੇ ਦੇ ਉੱਤੇ ਜ਼ਰੂਰ ਖੜੇ ਹੋਣੇ ਸ਼ੁਰੂ ਹੋ ਗਏ ਨੇ। ਪਰ ਇਸ ਦੇ ਨਾਲ ਮੋਰਚੇ ਨੂੰ ਜਿਹੜਾ ਉਹ ਢਾਹ ਨਹੀਂ ਲੱਗਣੀ ਚਾਹੀਦੀ, ਕਿਉਂਕਿ ਇਹ ਮੋਰਚਾ ਉਹਨਾਂ ਬੰਦੀ ਸਿੰਘਾਂ ਦੇ ਲਈ ਲੱਗਿਆ ਹੋਇਆ ਜਿਹੜੇ ਬੜੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਬਹੁਤ ਵਾਰ ਕੋਸ਼ਿਸ਼ਾਂ ਹੋਈਆਂ ਪਰ ਉਹਨਾਂ ਨੂੰ ਰਿਹਾ ਨਹੀਂ ਕਰਵਾਇਆ ਜਾ ਸਕਿਆ। ਤੇ ਫਿਰ ਜੇ ਹੁਣ ਰਿਹਾਈ ਦੇ ਲਈ ਮੋਰਚਾ ਲਗਾ ਦਿੱਤਾ ਗਿਆ ਔਰ ਉਸ ਮੋਰਚੇ ਨੂੰ ਲੋਕ ਸਮਰਥਨ ਵੀ ਦੇ ਰਹੇ ਨੇ, ਵੱਧ ਚੜ੍ਹ ਕੇ ਉਸ ਦੇ ਵਿੱਚ ਹਿੱਸਾ ਲੈ ਰਹੇ ਨੇ, ਗਾਇਕ ਇਸ ਮੋਰਚੇ ਦੇ ਉੱਤੇ ਗੀਤ ਗਾ ਰਹੇ ਨੇ, ਤਾਂ ਫਿਰ ਅਜਿਹੇ ਦੇ ਵਿੱਚ ਜੇਕਰ ਇਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਤਾਂ ਫਿਰ ਇਹ ਮਸਲਾ ਬਹੁਤ ਵੱਡਾ ਆ। ਕਿਉਂਕਿ ਅਜਿਹੇ ਮੋਰਚੇ ਜਿਹੜੇ ਹੁੰਦੇ ਆ ਉਹ ਵਾਰ-ਵਾਰ ਨਹੀਂ ਲੱਗਦੇ। ਪਹਿਲਾਂ ਆਪਾਂ ਨੂੰ ਯਾਦ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਮੋਰਚਾ ਬਹੁਤ ਵੱਡਾ ਲੱਗਿਆ ਸੀ ਔਰ ਫਿਰ ਉਹ ਮੋਰਚਾ ਫਤਿਹ ਹੋਣ ਤੋਂ ਬਾਅਦ ਕਾਫੀ ਸਮਾਂ ਲੱਗ ਗਿਆ ਸੀ। ਫਤਿਹ ਹੋਣ ਤੋਂ ਬਾਅਦ ਲੋਕ ਵਾਪਸ ਪਰਤੇ ਸੀ ਔਰ ਉਹਨਾਂ ਨੇ ਆਪਣੀ ਜਿੱਤ ਦੇ ਜਸ਼ਨ ਵੀ ਮਨਾਏ ਸੀ। ਹਾਲਾਂਕਿ ਬਹੁਤ ਜਣਿਆਂ ਦੀ ਸ਼ਹਾਦਤਾਂ ਵੀ ਹੋਈਆਂ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਵਾਪਰੀਆਂ, ਘਟਨਾਵਾਂ ਵਾਪਰੀਆਂ, ਪਰ ਉਹਦੇ ਬਾਵਜੂਦ ਵੀ ਮੋਰਚਾ ਜਿੱਤਣ ਦੇ ਵਿੱਚ ਉਹ ਕਾਮਯਾਬ ਹੋ ਗਏ ਸੀ। ਅੱਜ ਜੇ ਇਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ, ਤਾਂ ਫਿਰ ਇਸ ਨੂੰ ਕਾਮਯਾਬ ਕਿਵੇਂ ਕੀਤਾ ਜਾਏ, ਇਹ ਸਾਰੀਆਂ ਚੀਜ਼ਾਂ, ਇਹਨਾਂ ਸਾਰਿਆਂ ਪਹਿਲੂਆਂ ਦੇ ਉੱਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਗੁਰਦਰਸ਼ਨ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੁਰਦਰਸ਼ਨ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ, ਜੋ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਲੱਗਿਆ ਹੋਇਆ, ਅੱਜ ਤੀਸਰਾ ਜਥਾ ਰਵਾਨਾ ਹੋ ਰਿਹਾ ਸੀ, ਚੰਡੀਗੜ੍ਹ ਪੁਲਿਸ ਨੇ ਰੋਕਿਆ। ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਰੇ ਘਟਨਾਕ੍ਰਮ ਬਾਰੇ ਆਪਾਂ ਨੂੰ ਪਤਾ ਹੈ। ਹੈਲੋ ਇਹ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਹਾਂ ਜੀ, ਹੁਣ ਪਹੁੰਚ ਰਹੀ ਆ। ਮੈਨੂੰ ਥੋੜਾ ਉਸ ਘਟਨਾਕ੍ਰਮ ਬਾਰੇ ਦੱਸ ਦਿਓ, ਮੈਨੂੰ ਪੂਰੀ ਡਿਟੇਲ ਨਹੀਂ ਪਤਾ। ਠੀਕ ਹੈ ਜੀ, ਮੈਂ ਇੱਕ ਵਾਰ ਤੁਹਾਨੂੰ ਇਸ ਸਾਰੇ ਘਟਨਾਕ੍ਰਮ ਬਾਰੇ ਥੋੜਾ ਜਿਹਾ ਜਾਣਕਾਰੀ ਦੇ ਦਿੰਦਾ ਜੀ। ਅੱਜ ਤੀਸਰਾ ਜਥਾ ਕੌਮੀ ਇਨਸਾਫ ਮੋਰਚੇ ਦਾ ਰਵਾਨਾ ਹੋਇਆ ਸੀ। ਜਿਸ ਤਰ੍ਹਾਂ 2 ਦਿਨ ਤੋਂ ਪ੍ਰੋਗਰਾਮ ਉਲੀਕਿਆ ਹੋਇਆ ਕਿ CM ਦੀ ਰਿਹਾਇਸ਼ ਵੱਲ ਜਾਣਗੇ, ਉੱਥੇ ਜਾ ਕੇ ਜਿਹੜਾ ਉਹ ਜਾਪ ਕੀਤਾ ਜਾਏਗਾ ਸਤਨਾਮ ਵਾਹਿਗੁਰੂ ਦਾ। ਅੱਜ ਤੀਸਰਾ ਜਥਾ ਜਦੋਂ ਰਵਾਨਾ ਹੋਇਆ, ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਸੀ।
ਉਸ ਤੋਂ ਬਾਅਦ ਇੱਕ ਧਿਰ ਜੋ ਦੱਸੀ ਜਾ ਰਹੀ ਹੈ ਜੋ ਕਿ ਤੀਸਰੀ ਧਿਰ ਸੀ, ਕੁਝ ਲੋਕ ਸਨ, ਉਹਨਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਪੱਥਰਬਾਜ਼ੀ ਕਰਨ ਤੋਂ ਬਾਅਦ ਜਿਹੜਾ ਉਹ ਜਥਾ ਸੀ ਉਹਦੇ ਵਿੱਚ ਜਿਹੜੇ ਲੋਕ ਸਨ ਉਹ ਤੈਸ਼ ਦੇ ਵਿੱਚ ਆ ਜਾਂਦੇ ਆ, ਉਹਨਾਂ ਵੱਲੋਂ ਪੁਲਿਸ ਦੀ ਬੈਰੀਕੇਡਿੰਗ ਤੋੜ ਦਿੱਤੀ ਜਾਂਦੀ ਹੈ, ਅੱਗੇ ਵੱਧਦੇ ਆ, ਪੁਲਿਸ ਵਾਟਰ ਕੈਨਨ ਦਾ ਇਸਤੇਮਾਲ ਉਹਨਾਂ ਉੱਤੇ ਕਰਦੀ ਹੈ, ਤਾਂ ਉੱਥੇ ਕਾਫੀ ਭੰਨਤੋੜ ਵੀ ਹੋਈ ਹੈ ਸਾਰੇ ਜਿਹੜੇ ਇਸ ਘਟਨਾਕ੍ਰਮ ਦੇ ਵਿੱਚ। ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਕੀ ਲੱਗਦਾ ਤੁਹਾਨੂੰ ਕਿ ਇਸ ਜਿਹੜੀ ਚੀਜ਼ ਸੀ ਉਹ ਨਹੀਂ ਹੋਣੀ ਚਾਹੀਦੀ ਜਾਂ ਇਹਦੇ ਨਾਲ ਮੋਰਚੇ ਨੂੰ ਢਾਹ ਲੱਗ ਸਕਦੀ ਹੈ? ਦੇਖੋ ਜੀ 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 ਗੁਰਦਰਸ਼ਨ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਤਾਂ ਮੇਰਾ ਸਵਾਲ ਸੁਣ ਗਿਆ ਜੀ ਤੁਹਾਨੂੰ? ਹੈਲੋ ਜੀ ਹਾਂ, ਮੈਨੂੰ ਤੁਹਾਡਾ ਸਵਾਲ ਸੁਣ ਗਿਆ। ਮੇਰਾ ਕਹਿਣਾ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਮੋਰਚੇ ਦੀਆਂ ਡਿਮਾਂਡਸ ਆ ਬਹੁਤ ਜ਼ਿਆਦਾ ਜੈਨੂਇਨ ਆ। ਮੇਰੇ ਖਿਆਲ 'ਚ ਤਾਂ ਮੋਰਚਾ 1947 ਤੋਂ ਲੱਗਿਆ ਹੋਇਆ ਔਰ ਲਗਾਤਾਰ ਕੋਈ ਨਾ ਕੋਈ ਸਮੱਸਿਆਵਾਂ ਸਿੱਖਾਂ ਦੀਆਂ ਆਉਂਦੀਆਂ ਔਰ ਸਿੱਖਾਂ ਨੂੰ ਪ੍ਰਵੋਕ ਕੀਤਾ ਜਾਂਦਾ ਔਰ ਪ੍ਰੋਵੋਕੇਸ਼ਨ ਤੋਂ ਬਾਅਦ ਉਹਨਾਂ ਨੂੰ ਮਤਲਬ ਇਨਵੋਲਵ ਕੀਤਾ ਜਾਂਦਾ ਵਾਇਲੈਂਸ ਵਿੱਚ, ਔਰ ਫਿਰ ਉਹਨਾਂ ਤੇ ਇਲਜ਼ਾਮ ਤਰਾਸ਼ੀ ਹੁੰਦੀ ਆ ਵੀ ਵਾਇਲੈਂਸ ਇਹ ਕਰਦੇ ਆ, ਹਾਲਾਂਕਿ ਸਾਰੀ ਜਿਹੜੀ ਸ਼ਰਾਰਤ ਹੈ ਉਹ ਦੂਜੇ ਪਾਸੇ ਆਉਂਦੀ ਆ। ਸਿੱਖਾਂ ਨੂੰ ਬਦਨਾਮ ਵੀ ਕੀਤਾ ਜਾਂਦਾ, ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ, ਜਿਹੜੀਆਂ ਜਾਇਜ਼ ਉਹਨਾਂ ਦੀਆਂ ਡਿਮਾਂਡਸ ਆ, ਉਹਨਾਂ ਤੋਂ ਵਾਂਝੇ ਰੱਖਿਆ ਜਾਂਦਾ। ਜੀ ਹਾਂਜੀ, ਕੀ ਤੁਹਾਨੂੰ ਕੀ ਲੱਗਦਾ ਕਿ ਇਹ ਮੋਰਚਾ ਕਿਸ ਹਿਸਾਬ ਨਾਲ ਜਿੱਤਿਆ ਜਾ ਸਕਦਾ ਹੈ? ਇੱਕ ਪਾਸੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਸੀਐਮ ਦੀ ਰਿਹਾਇਸ਼ ਦੇ ਬਾਹਰ ਜਾ ਕੇ ਜਾਪ ਕੀਤਾ ਜਾਏਗਾ, ਪੁਲਿਸ ਉਹਨਾਂ ਨੂੰ ਜਾਣ ਨਹੀਂ ਦੇ ਰਹੀ। 3 ਦਿਨਾਂ ਤੋਂ ਇਹੀ ਕੁਝ ਚੱਲ ਰਿਹਾ। 2 ਦਿਨ ਪਹਿਲਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਥੇ ਦੇ ਜਿਹੜੇ ਲੋਕ ਸੀਗੇ। ਅੱਜ ਤੀਸਰੇ ਦਿਨ ਇਹ ਸਾਰਾ ਵਰਤਾਰਾ ਵਾਪਰ ਗਿਆ, ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਤਲਖੀ ਵੱਧ ਸਕਦੀ ਹੈ। ਫਿਰ ਕਿਵੇਂ ਜਿੱਤ ਹੋਊਗੀ? ਕਿਵੇਂ ਮੋਰਚੇ ਨੂੰ ਜਿੱਤਿਆ ਜਾ ਸਕਦਾ? ਦੇਖੋ, ਜਿੱਤ ਦੀ ਜਿਹੜੀ ਕੁੰਜੀ ਆ ਉਹ ਤਾਂ ਸਰਕਾਰਾਂ ਦੇ ਕੋਲ। ਕੀ ਸਰਕਾਰਾਂ ਨੇ ਸਿੱਖਾਂ ਦੀਆਂ ਇਹ ਡਿਮਾਂਡਸ ਐਕਸੈਪਟ ਕਰਨੀਆਂ ਜਾਂ ਨਹੀਂ ਕਰਨੀਆਂ? ਜਿਹੜੇ ਲੋਕ ਜੋ ਜਾਇਜ਼ ਉਹਨਾਂ ਨੂੰ ਕੈਦਾਂ ਦਿੱਤੀਆਂ ਗਈਆਂ ਸੀ ਜੁਡੀਸ਼ਰੀ ਵੱਲੋਂ, ਉਹ ਵਿਚਾਰੇ ਭੁਗਤ ਚੁੱਕੇ ਆ। ਉਸ ਤੋਂ ਬਾਅਦ 10-10 15-15 ਸਾਲ ਉਹ ਵਿਚਾਰੇ ਅੰਦਰ ਬੈਠੇ ਆ ਔਰ ਇਹਦੇ 'ਚ ਦੋ ਧਿਰਾਂ ਬਹੁਤ ਖਾਸ ਤੌਰ ਤੇ ਜ਼ਿੰਮੇਵਾਰ ਆ ਮੇਰੇ ਹਿਸਾਬ ਨਾਲ। ਇੱਕ ਕੇਜਰੀਵਾਲ ਜ਼ਿੰਮੇਵਾਰ ਆ, ਭਗਵੰਤ ਮਾਨ ਜ਼ਿੰਮੇਵਾਰ ਆ ਔਰ ਜਿਹੜੀ ਦਿੱਲੀ ਦੀ ਸਰਕਾਰ ਆ ਬੀਜੇਪੀ ਦੀ, ਉਹ ਜ਼ਿੰਮੇਵਾਰ ਆ। ਇਹ ਤਿੰਨੇ ਧਿਰਾਂ ਐਂਟੀ ਸਿੱਖ ਆ ਔਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਵਾਇਲੈਂਸ ਪ੍ਰਵੋਕ ਕਰਕੇ ਪਾਉਣਾ ਚਾਹੁੰਦੀਆਂ ਤਾਂ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਔਰ ਇਹਨਾਂ ਦੀਆਂ ਡਿਮਾਂਡਸ ਨਾ ਮੰਗੀਆਂ ਜਾਣ। ਜੀ ਅੱਛਾ, ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਬੈਠਾ ਹੋਇਆ, ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀਆਂ ਮੰਗਾਂ ਇਕੱਠੀਆਂ ਮੰਨੀਆਂ ਜਾ ਸਕਦੀਆਂ ਨੇ? ਬੰਦੀ ਸਿੰਘਾਂ ਦੀ ਰਿਹਾਈ ਵਾਲੀ ਹੈ, ਉਸ ਤੋਂ ਇਲਾਵਾ ਬੇਅਦਬੀਆਂ ਵਾਲਾ ਮਸਲਾ ਹੈ, ਗੋਲੀकांड ਵਾਲਾ ਮਸਲਾ ਆ, ਤੇ ਇਹ ਸਾਰੇ ਮਸਲੇ ਜਿਹੜੇ ਇਕੱਠੇ ਸਰਕਾਰ ਸੋਲਵ ਕਰ ਸਕਦੀ ਆ, ਹੱਲ ਵਾਲੇ ਪਾਸੇ ਜਾਇਆ ਜਾ ਸਕਦਾ ਹੈ ਜਾਂ ਫਿਰ ਇਹ ਮੋਰਚਾ ਲੰਬਾ ਜਾ ਸਕਦਾ ਹੈ? ਮੈਂ ਕਹਿੰਦਾ 2 ਮਿੰਟਾਂ 'ਚ ਸੋਲਵ ਕੀਤੀਆਂ ਜਾ ਸਕਦੀਆਂ। 2 ਮਿੰਟਾਂ 'ਚ ਜੇ ਸਰਕਾਰ ਦੀ ਇੰਟੈਂਸ਼ਨ ਹੋਵੇ, ਪਾਇਸ ਇੰਟੈਂਸ਼ਨ ਹੋਵੇ, ਜੈਨੂਨ ਇੰਟੈਂਸ਼ਨ ਹੋਵੇ ਤਾਂ 2 ਮਿੰਟ ਲੱਗਦੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਨਮੂਦਰੀਪਾਦ ਦੀ ਗਵਰਨਮੈਂਟ ਬਣੀ ਸੀ ਪੈਪਸੂ ਜਦੋਂ ਪਹਿਲਾਂ 1947 ਤੋਂ ਬਾਅਦ ਕੇਰਲਾ ਦੇ ਵਿੱਚ, ਤਾਂ ਨਮੂਦਰੀਪਾਦ ਨੇ ਜਿਸ ਦਿਨ ਸਹੁੰ ਖਾਧੀ ਉਸੇ ਦਿਨ ਉਹ ਜੇਲ੍ਹ 'ਚ ਗਿਆ। ਜੇਲਰ ਨੂੰ ਕਹਿਣ ਲੱਗਿਆ ਵੀ ਖੋਲ ਦੇ। ਇੱਕ ਬੰਦਾ ਮਤਲਬ ਕਾਮਰੇਡ ਸੀ ਜਿਸ ਨੂੰ ਬਹੁਤ ਜ਼ਿਆਦਾ ਲਾਈਫ ਇੰਪ੍ਰਿਜ਼ਨਮੈਂਟ ਸੀ, ਉਸ ਨੂੰ ਵਿਚਾਰੇ ਨੂੰ, ਉਹ ਗਲਤ ਉਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ, ਪ੍ਰੋਵੋਕੇਸ਼ਨ ਕਰਤੀ ਸੀ। ਪ੍ਰੋਵੋਕੇਸ਼ਨ ਦੇ ਬਾਅਦ ਉਸ ਤੋਂ ਇਸ ਕਿਸਮ ਦੀ ਕੋਈ ਹਰਕਤ ਹੋ ਗਈ ਸੀ ਔਰ ਉਸ ਨੂੰ ਸਜ਼ਾ ਦਿੱਤੀ ਗਈ ਸੀ। ਤਾਂ ਨਮੂਦਰੀਪਾਦ ਨੇ ਕਿਹਾ ਜੇਲਰ ਨੂੰ ਕਿ ਭਾਈ ਆ ਜਿੰਦਾ ਖੋਲ ਦੇ ਔਰ ਉਸ ਨੇ ਨਮੂਦਰੀਪਾਦ ਨੇ ਉਸ ਕਾਮਰੇਡ ਦੇ ਪਿੱਠ ਦੇ ਉੱਤੇ ਹੱਥ ਰੱਖ ਕੇ ਕਹਿਤਾ ਸੀ ਕਾਮਰੇਡ ਯੂ ਆਰ ਫ੍ਰੀ। ਅੱਜ ਜਿਹੜਾ ਭਗਵੰਤ ਮਾਨ ਆ ਉਸ ਦੇ 'ਚ ਇਸ ਕਿਸਮ ਦਾ ਪੋਟੈਂਸ਼ੀਅਲ ਹੀ ਨਹੀਂ, ਉਸ ਦੀ ਨੀਅਤ ਵੀ ਖਰਾਬ ਆ, ਉਸ ਦਾ ਐਟੀਟਿਊਡ ਵੀ ਗਲਤ ਆ। ਉਹ ਜਾਣ ਕੇ
ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਨੂੰ ਇਸ ਉਲਝਣ 'ਚ ਪਾਉਣ ਲਈ ਇਸ ਕਿਸਮ ਦੀਆਂ ਚੀਜ਼ਾਂ ਕਰ ਰਿਹਾ। ਕੀ ਜ਼ਰੂਰਤ ਹੈ ਮੋਰਚੇ ਦੀ? ਜੇ ਭਗਵੰਤ ਮਾਨ ਦੀ ਨੀਅਤ ਸਾਫ਼ ਹੋਵੇ, ਜੇ ਉਹ ਸਿੱਧੇ ਤੌਰ ਤੇ ਕਹੇ ਵੀ ਇੰਨੀਆਂ ਆਪਣੀਆਂ ਜਿੰਨੀਆਂ ਸਜ਼ਾਵਾਂ ਦਿੱਤੀਆਂ ਸੀ ਜੀ ਜੁਡੀਸ਼ਰੀ ਨੇ ਉਹ ਪੂਰੀਆਂ ਕਰ ਚੁੱਕਿਆ ਔਰ ਇਹਨਾਂ ਨੂੰ ਫ੍ਰੀ ਕਰੋ। ਠੀਕ ਹੈ। ਪਰ ਉਹਦੇ 'ਚ ਇਸ ਕਿਸਮ ਦੀ ਨਾ ਤਾਂ ਉਹਦੀ ਇੰਟੈਂਸ਼ਨ ਇਸ ਕਿਸਮ ਦੀ ਆ, ਨਾ ਉਹਦੀ ਔਕਾਤ ਇਸ ਕਿਸਮ ਦੀ ਆ, ਨਾ ਉਹਦੀ ਜ਼ਰੂਰਤ ਇਸ ਕਿਸਮ ਦੀ ਆ। ਗੁਰਦਰਸ਼ਨ ਜੀ ਬਣੇ ਰਹੋ, ਸਾਡੇ ਨਾਲ ਦਰਸ਼ਕ ਵੀ ਜੁੜੇ ਆ, ਕਾਲਰ ਵੀ ਜੁੜੇ ਆ, ਉਹਨਾਂ ਤੋਂ ਸਵਾਲ ਵੀ ਲੈ ਲਈਏ ਆਪਣਾ ਕਿ ਕੀ ਕਹਿਣਾ ਚਾਹੁੰਦੇ ਆ। ਇਕਬਾਲ ਸਿੰਘ ਖੰਨਾ ਤੋਂ ਜੁੜੇ ਨੇ। ਇਕਬਾਲ ਜੀ, ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਸਲੇ ਤੇ? ਇਕਬਾਲ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਹੈਲੋ, ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਇਸ ਮਸਲੇ ਦੇ ਉੱਤੇ? ਮੈਂ ਕਹਿਣਾ ਚਾਹੁੰਦਾ ਜੀ, ਪੰਜਾਬ ਦਾ ਹੁਣ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਜੀ। ਜੀ, ਇਹ ਜਿਹੜਾ ਮੋਰਚਾ ਲੱਗਿਆ ਜੀ, ਇਹ ਬੰਦੀ ਸਿੰਘਾਂ ਨੂੰ ਰਿਹਾ ਨਾ ਹੋਣ ਚ ਇਹ ਸਾਰੀ ਸ਼ਰਾਰਤ ਦੀ ਜੜ ਜਿਹੜੀ ਕਾਂਗਰਸ ਆ ਜੀ। ਜਦੋਂ ਦੇ ਦੇਸ਼ ਆਪਣਾ ਆਜ਼ਾਦ ਹੋਇਆ ਅੱਜ ਤੱਕ ਤੁਸੀਂ ਇਹ ਰਿਕਾਰਡ ਕੱਢ ਲਓ, ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਤਾਂ ਇਹੋ ਜਿਹੇ ਕੰਮ ਹੁੰਦੇ ਨੇ। ਅੱਤਵਾਦ ਚਲਾਇਆ ਤਾਂ ਇਹਨਾਂ ਨੇ ਚਲਾਇਆ, ਬੰਦੇ ਮਰਵਾਏ ਤਾਂ ਇਹਨਾਂ ਨੇ ਮਰਵਾਏ। ਹੁਣ ਇਹ ਚਾਹੁੰਦੇ ਨੇਗੇ ਵੀ ਪੰਜਾਬ ਦੇ ਵਿੱਚ ਅਮਨ ਹੋਵੇ। ਪੰਜਾਬ ਦੇ ਵਿੱਚ ਇਹਨਾਂ ਦਾ ਸਮਝੌਤਾ ਹੈਗਾ ਕਮਿਊਨਿਸਟਾਂ ਸਾਰਿਆਂ ਨਾਲ ਹੀ। ਇਹ ਸਾਰੀਆਂ ਵਿੱਚ ਵੜ ਕੇ ਸ਼ਰਾਰਤਾਂ ਕਰਕੇ ਜਿਹੜਾ ਮੋਰਚਾ ਇਹਨੂੰ ਬਦਨਾਮ ਕਰਨ ਲਈ ਸਿੱਖ ਕੌਮ ਨੂੰ ਇਹ ਸ਼ਰਾਰਤਾਂ ਕਰ ਰਹੇ ਨੇ। ਸਿੱਖ ਨਹੀਂ ਚਾਹੁੰਦੇ ਇਹੋ ਜਿਹੀਆਂ ਸ਼ਰਾਰਤਾਂ ਕਰਨੀਆਂ। ਜਿਹੜਾ ਅਸਲੀ ਸਿੱਖ ਆ, ਜਿਹੜੇ ਡੁਪਲੀਕੇਟ ਸਿੱਖ ਬਣੇ ਨੇ ਉਹ ਇਹ ਸ਼ਰਾਰਤਾਂ ਕਰਦੇ ਨੇ। ਠੀਕ ਹੈ, ਵੀ ਲੋਕਾਂ ਦਾ ਕਤਲੇਆਮ ਹੁੰਦਾ ਰਹੇ, ਇਹ ਲੋਕ ਆਪਣੀਆਂ ਰੋਟੀਆਂ ਸੇਕਦੇ ਰਹਿਣ। ਸੋ ਸਾਨੂੰ, ਮੈਂ ਅਪੀਲ ਕਰਦਾ ਵੀ ਸਾਰੇ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਹੋ ਕੇ ਚੱਲਣਾ ਚਾਹੀਦਾ। ਤੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹ ਮੰਨ ਲੈਣੀਆਂ ਚਾਹੀਦੀਆਂ ਨੇ। ਜੇ ਉਹਨਾਂ ਨੇ ਕ੍ਰਾਈਮ ਕਰਿਆ ਬੰਦਿਆਂ ਨੇ, ਉਹਨਾਂ ਨੂੰ ਉਨੀ ਸਜ਼ਾ ਮਿਲ ਗਈ। ਅਸੀਂ ਹੱਕ ਨਹੀਂ ਗੇ ਵੀ ਮਤਲਬ ਜਿਹੜਾ ਕ੍ਰਾਈਮ ਕਰਨ ਵਾਲਾ ਉਹਨੂੰ ਸਜ਼ਾ ਨਾ ਮਿਲੇ। ਜੀ ਜੀ, ਉਹਨਾਂ ਨੇ ਕ੍ਰਾਈਮ ਕਰਿਆ ਤੇ ਉਹਨਾਂ ਨੂੰ ਸਜ਼ਾ ਮਿਲ ਗਈ। ਉਹ ਸਜ਼ਾ ਜਦ ਮਿਲ ਗਈ, ਸਾਰਾ ਕੁਝ ਹੋ ਗਿਆ, ਉਦੋਂ ਵੱਧ ਜੇਲ੍ਹਾਂ ਭੁਗਤ ਚੁੱਕੇ ਨੇ ਤੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤਾਂ ਕਿ ਪੰਜਾਬ 'ਚ ਅਮਨ ਹੋਵੇ। ਜੇ ਨਹੀਂ ਹੋਊਗਾ ਤਾਂ ਤੁਹਾਡੇ ਸਾਹਮਣੇ ਹੋ ਰਿਹਾ ਜਿਹੜਾ ਕੁਝ ਅੱਜ ਹੋ ਰਿਹਾ, ਜਿਹੜੀਆਂ ਏਜੰਸੀਆਂ ਵਿੱਚ ਬੜੀਆਂ ਨੇ, ਇਹਨਾਂ ਲੋਕਾਂ ਦੀ ਕਤਲੇਆਮ ਕਰਾਉਣੀ ਆ। ਇਨਸਾਨ ਦਾ ਖੂਨ ਬਹੁਤ ਕੀਮਤੀ ਆ, ਇਹਨੂੰ ਅਜਾਇ ਨਾਲ ਡੋਲੋ। ਅੱਗੇ ਬਹੁਤ ਕੁਛ ਹੋ ਗਿਆ। ਅਸੀਂ ਅੱਤਵਾਦ ਆਪਣੇ ਪਿੰਡੇ ਦੇ ਹੰਡਾਇਆ, ਜਿਹਦੇ 'ਚ ਮੈਂ ਆਪਣਾ ਪੁੱਤ ਗਵਾਇਆ। ਮੈਨੂੰ ਮਾਰਨਾ ਸੀ ਉਹਦੇ ਕੋਲ ਗੋਲੀ ਲੱਗੀ, ਉਹ ਮਰ ਗਿਆ। ਮੈਡੀਕਲ ਦਾ ਸਟੂਡੈਂਟ ਸੀਗਾ। ਠੀਕ ਹੈ, ਅਸੀਂ ਬੰਦੂਕਾਂ ਲੈ ਕੇ ਬੈਠੇ ਕੋਠਿਆਂ ਦੇ ਉੱਪਰ। ਉਹਦੇ 'ਚ ਪੁਲਿਸ, ਠੀਕ ਹੈ, 70% ਪੁਲਿਸ ਵਾਲੀ ਸੀ ਉਹਨਾਂ ਦੇ ਨਾਲ, ਜਿਨ੍ਹਾਂ ਨੇ ਕਤਲ ਕਰਾਇਆ। ਪਹਿਲਾਂ ਰੋਟੀਆਂ ਸੇਕ ਲਿਆ, ਉਸ ਤੋਂ ਬਾਅਦ ਕਤਲ ਕਰਾ ਦੇ, ਫਿਰ ਇਹਨਾਂ ਨੂੰ ਮਾਰਤਾ। ਸੋ ਅਮਨ ਚਾਹੀਦਾ, ਜਿਹੜਾ ਪੰਜਾਬ ਦੇ ਵਿੱਚ ਅਮਨ ਲਿਆਓ, ਸਮਝਾਓ। ਸੈਂਟਰ ਸਰਕਾਰ ਨੂੰ ਵੀ ਅਪੀਲ ਕਰੋ, ਪੰਜਾਬ ਸਰਕਾਰ ਨੂੰ ਵੀ ਅਪੀਲ ਕਰੋ ਵੀ ਇਹ ਜਿਹੜੇ ਬੰਦੀ ਸਿੰਘ ਨੇ ਰਿਹਾ ਕਰ ਦਿਓ ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਰੋਟੀਆਂ ਨਾ ਸੇਕ ਸਕੇ। ਠੀਕ ਹੈ ਜੀ, ਠੀਕ ਹੈ। ਹਾਂ, ਲੋਕਾਂ ਦਾ ਕਤਲੇਆਮ ਨਾ ਹੋਵੇ, ਲੋਕ ਅਮਨ ਚੈਨ ਨਾਲ ਰਹਿਣ, ਪੰਜਾਬ ਸੁਖੀ ਵਸੇ। ਕਿਸੇ ਦਾ ਪੁੱਤ ਨਾ ਮਰੇ, ਕਿਸੇ ਦਾ ਭਾਈ ਨਾ ਮਰੇ। ਬਿਲਕੁਲ, ਇਹ ਬਹੁਤ ਵਧੀਆ ਰਾਏ ਹੈ ਜੀ। ਇਹ ਕਿਸੇ ਦੇ ਉੱਤੇ ਵੀ ਜਿਹੜਾ ਨੁਕਸਾਨ ਨਹੀਂ ਹੋਣਾ ਚਾਹੀਦਾ, ਕਿਸੇ ਪਰਿਵਾਰ ਤੇ ਵਿਪਤਾ ਨਹੀਂ ਆਉਣੀ ਚਾਹੀਦੀ ਔਰ ਮਸਲੇ ਦਾ ਹੱਲ ਸ਼ਾਂਤਮਈ ਢੰਗ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਸ਼ਾਂਤਮਈ ਢੰਗ ਦੇ ਨਾਲ ਹੀ ਜਿਹੜੇ ਮਸਲੇ ਹੈ ਉਹ ਆਸਾਨੀ ਦੇ ਨਾਲ ਸੁਲਝਾਏ ਜਾ ਸਕਦੇ। ਨਹੀਂ ਤਾਂ ਫਿਰ ਨੁਕਸਾਨ ਪੰਜਾਬ ਨੇ ਪਹਿਲਾਂ ਵੀ ਬਹੁਤ ਚੱਲਿਆ ਔਰ ਅੱਗੇ ਵੀ ਇਸੇ ਤਰ੍ਹਾਂ ਜਿਹੜਾ ਉਹ ਪੰਜਾਬ ਨੂੰ ਨੁਕਸਾਨ ਚੱਲਣਾ ਪੈ ਸਕਦਾ। ਹੋਰ ਵੀ ਕਾਲਰ ਸਾਡੇ ਨਾਲ ਜੁੜੇ ਆ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਦੀ ਉਲਟ ਵਾਲੀ ਉਦੋਂ ਲਾਈ ਜਦੋਂ ਡਸਾਈ ਸਰਕਾਰ ਵਾਲੀ, ਉਦੋਂ ਉਲਟ ਲਾਈ। ਇਹ ਕਿਉਂ? ਜਦੋਂ ਇਹਨਾਂ ਦੀ ਸਰਕਾਰ ਉਲਟ ਵਾਲੀ ਆ ਕਾਂਗਰਸ ਦੇ, ਇਹ ਵਾਰਦਾਤਾਂ ਕਿਉਂ ਹੁੰਦੀਆਂ ਨੇ ਜੀ? ਇਹੋ ਜਿਹਾ ਕੁਛ ਕਿਉਂ ਹੁੰਦਾ ਹੈ? ਅੱਤਵਾਦ ਦੀ ਇਨਕੁਆਇਰੀ ਕਰਾ ਲੈਣ ਇਮਾਨਦਾਰ ਅਫਸਰਾਂ ਤੋਂ, ਇਹ ਸਾਰੇ ਹੀ ਨਿਕਲਣਗੇ। ਸੋ ਅਮਨ ਚੈਨ ਹੋਣਾ ਚਾਹੀਦਾ। ਸੈਂਟਰ ਸਰਕਾਰ ਨੂੰ ਮੈਂ ਹੱਥ ਜੋੜ ਕੇ ਤੁਹਾਡੇ ਰਾਹੀਂ ਅਪੀਲ ਕਰਦਾ ਵੀ ਮੋਦੀ ਸਾਹਿਬ, ਤੁਸੀਂ ਦਖਲ ਦੇ ਕੇ ਭਗਵੰਤ ਮਾਨ ਜੀ ਇਹਨੂੰ ਸ਼ਾਂਤੀ ਲਿਆਓ, ਪੰਜਾਬ ਦੇ ਵਿੱਚ ਸ਼ਾਂਤੀ ਆਵੇ, ਲੋਕ ਅਮਨ ਚੈਨ ਨਾਲ ਰਹਿਣ, ਕੋਈ ਦੁਖੀ ਨਾ ਹੋਵੇ, ਸਭ ਸੁਖੀ ਵਸਣ। ਠੀਕ ਹੈ ਜੀ, ਠੀਕ ਹੈ। ਜੁੜਨ ਦੇ ਲਈ ਧੰਨਵਾਦ। ਗੁਰਦਰਸ਼ਨ ਢਿੱਲੋਂ ਸਾਡੇ ਨਾਲ ਲਗਾਤਾਰ ਬਣੇ ਹੋਏ ਹੈ। ਇਹ ਗੱਲ ਕਹਿੰਦੇ ਆ ਕਿ ਸਰਕਾਰ ਜਿਹੜੀ ਹੈ ਉਹਨੂੰ ਮਸਲਾ ਹੱਲ ਕਰ ਦੇਣਾ ਚਾਹੀਦਾ। ਗੁਰਦਰਸ਼ਨ ਜੀ ਇਹ ਕਹਿੰਦੇ ਆ ਕਿ ਏਜੰਸੀਆਂ ਜਾਂ ਹੋਰ ਜਿਹੜੇ ਸ਼ਰਾਰਤੀ ਲੋਕ ਨੇ ਉਹ ਮਾਹੌਲ ਨਾ ਖਰਾਬ ਕਰਨ, ਨੁਕਸਾਨ ਇਸ ਦੇ ਨਾਲ ਕੋਈ ਵੱਡਾ ਨਾ ਹੋ ਜਾਵੇ। ਉਸ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਮਸਲੇ ਦਾ ਹੱਲ ਕਰ ਦੇਵੇ। ਤੁਹਾਨੂੰ ਵੀ ਲੱਗਦਾ ਹੈ ਕਿ ਮਸਲਾ ਹੱਲ ਆਸਾਨੀ ਦੇ ਨਾਲ ਹੋ ਜਾਊਗਾ, ਜਾਂ ਫਿਰ ਜਿਹੜੀ ਗੱਲ ਦਾ ਖਦਸ਼ਾ ਉਹ ਜਤਾ ਰਹੇ ਆ, ਜਾਂ ਜਗਤਾਰ ਸਿੰਘ ਹਵਾਰਾ ਹੋਣਾ ਨੇ ਜਿਹੜੀ ਗੱਲ ਕਹੀ ਸੀ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ
ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਕੁਝ ਵੱਡਾ ਵੇਖ ਸਕਦੇ ਹਾਂ ਆਪਾਂ? ਜੀ ਗੁਰਦਰਸ਼ਨ ਜੀ, ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ? ਹਾਂਜੀ ਹਾਂਜੀ ਸੁਣ ਰਿਹਾ ਜੀ। ਹਾਂ, ਜਿਸ ਤਰ੍ਹਾਂ ਮੈਂ ਕਿਹਾ ਸਾਡੇ ਦਰਸ਼ਕ ਵੀ ਇਹ ਗੱਲ ਕਹਿ ਰਹੇ ਸੀ ਕਿ ਸਰਕਾਰ ਨੂੰ ਚਾਹੀਦਾ ਮਸਲਾ ਹੱਲ ਕਰ ਦਿੱਤਾ ਜਾਵੇ। ਇਸ ਤੋਂ ਪਹਿਲਾਂ ਏਜੰਸੀਆਂ ਜਾਂ ਹੋਰ ਜਿਹੜੇ ਸ਼ਰਾਰਤੀ ਲੋਕ ਨੇ, ਜਿਸ ਤਰ੍ਹਾਂ ਅੱਜ ਘਟਨਾਕ੍ਰਮ ਵਾਪਰਿਆ, ਉਸ ਤਰ੍ਹਾਂ ਕੋਈ ਹੋਰ ਵੱਡਾ ਘਟਨਾਕ੍ਰਮ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਨਾ ਵਾਪਰ ਜਾਵੇ, ਉਸ ਤੋਂ ਪਹਿਲਾਂ ਹੀ ਮਸਲਾ ਹੱਲ ਹੋ ਜਾਵੇ। ਹਾਂਜੀ, ਦੇਖੋ ਇਹਨਾਂ ਨੇ ਜਿਹੜੀ ਆਮ ਪਾਰਟੀ ਆ, ਇਹਨਾਂ ਨੇ ਕਲੀਅਰ ਅਸ਼ੋਰੈਂਸਸ ਦਿੱਤੀਆਂ ਸੀ। ਅਸ਼ੋਰੈਂਸਸ ਨਹੀਂ, ਉਹਨਾਂ ਨੇ ਕਿਹਾ ਸੀ ਗਰੰਟੀ ਆ, ਅਸੀਂ 24 ਘੰਟਿਆਂ ਵਿੱਚ ਜਿਹੜੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹਦਾ ਤੁਹਾਨੂੰ ਇਨਸਾਫ ਦਿਵਾਵਾਂਗੇ। ਇਸੇ ਤਰੀਕੇ ਨਾਲ ਬੰਦੀ ਸਿੰਘਾਂ ਦੇ ਉੱਤੇ ਤੁਹਾਨੂੰ ਇਨਸਾਫ ਦਿਵਾਵਾਂਗੇ। ਕਿੱਧਰ ਗਈ ਤੁਹਾਡੀ ਗਰੰਟੀ? ਕਿੱਧਰ ਗਈ ਤੁਹਾਡੀ ਅਸ਼ੋਰੈਂਸ? ਤੋ ਤੁਸੀਂ ਇਹ ਅਸ਼ੋਰੈਂਸਸ ਤੇ ਗਰੰਟੀਆਂ ਕਿਹਨੂੰ ਦਿੱਤੀਆਂ ਤੇ ਕਿਉਂ ਦਿੱਤੀਆਂ? ਕਸੂਰਵਾਰ ਕੌਣ ਆ? ਕਸੂਰਵਾਰ ਸਰਕਾਰ ਵੀ ਆ, ਕਿਉਂਕਿ ਇਸ ਕਿਸਮ ਦੇ ਵਾਅਦੇ ਕਰਨੇ, ਜਿਸ ਕਿਸਮ ਦੀ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਵਾਅਦਾ ਕੀਤਾ ਸੀਗਾ, ਉਸੇ ਕਿਸਮ ਦੀਆਂ ਗੱਲਾਂ ਅੱਜ ਆਮ ਪਾਰਟੀ ਵੀ ਇਸੇ ਤਰੀਕੇ ਦੀ ਗੱਲਾਂ ਕਰ ਰਹੀ ਆ। ਕੇਜਰੀਵਾਲ ਨੇ ਐਲਾਨੀਆ ਤੌਰ ਦੇ ਉੱਤੇ ਅਸ਼ੋਰੈਂਸਸ ਤੋਂ ਵੱਧ ਵੀ ਗਰੰਟੀ ਕਹੀ ਸੀਗੀ। ਕਿੱਧਰ ਗਈਆਂ ਗਰੰਟੀਆਂ? ਕਿਹਨੂੰ ਦਿੱਤੀਆਂ ਸੀ ਗਰੰਟੀਆਂ? ਕਿਉਂ ਦਿੱਤੀਆਂ ਸੀ ਗਰੰਟੀਆਂ? ਕਿਸੇ ਤੁਸੀਂ ਲੋਕਾਂ ਦੇ ਜਿਹੜੇ ਭਾਵਨਾਵਾਂ ਉਹਨਾਂ ਨਾਲ ਖਿਲਵਾੜ ਕਰ ਰਹੇ ਹੋ। ਕਿਸ ਕਿਸਮ ਦੀ ਤੁਹਾਡੀ ਸਰਕਾਰ ਆ? ਕਿਸ ਕਿਸਮ ਦੀ ਤੁਹਾਡੀ ਪਾਰਟੀ ਆ? ਸਾਰੀ ਦੀ ਸਾਰੀ ਪੰਜਾਬ ਦੀ ਜਨਤਾ ਜਿਹੜੀ ਟੋਟਲੀ ਇਲੀਨੇਟ ਹੋ ਚੁੱਕੀ ਆ ਤੋਂ। ਔਰ ਦੇਖੋ, ਕੋਈ ਵੀ ਹਿੰਦੁਸਤਾਨ ਦੀ ਸਰਕਾਰ 3 ਮਹੀਨਿਆਂ ਦੇ ਅੰਦਰ ਅੰਦਰ, ਤੁਸੀਂ ਜਿਹੜੀ ਸਭ ਆਪਣੀ ਕਹਿੰਦੇ ਸੀ ਨਾ ਕੈਪੀਟਲ ਆ ਆਮ ਪਾਰਟੀ ਦੀ ਸੰਗਰੂਰ, ਉੱਥੋਂ ਇਲੈਕਸ਼ਨਾਂ ਹਾਰ ਕੇ ਤੁਸੀਂ 22 ਇਲੈਕਸ਼ਨ ਜਿਹੜੀ ਹੋਈ ਸੀ ਪਾਰਲੀਮੈਂਟ ਦੀ, ਠੀਕ ਹੈ ਲੋਕ ਤੋਂ ਬਦਜ਼ਨ ਹੋ ਚੁੱਕੇ ਆ। ਠੀਕ ਹੈ ਗੁਰਦਰਸ਼ਨ ਚਾਹੁੰਦੇ ਸੀ ਸਮ ਡਿਲੀਵਰੀ। ਸਾਡੇ ਨਾਲ ਹੋਰ ਵੀ ਕਾਲਰ ਜੁੜੇ ਆ, ਉਹਨਾਂ ਦਾ ਸਵਾਲ ਵੀ ਆਪਾਂ ਨਾਲ ਦੀ ਨਾਲ ਲੈਂਦੇ ਰਹੀਏ। ਕੀ ਕਹਿਣਾ ਚਾਹੁੰਦੇ ਆ? ਪੰਜਾਬ ਤੋਂ ਲੋਕ ਜੁੜ ਰਹੇ ਨੇ, ਤਾਂ ਉਹਨਾਂ ਦੇ ਮਨਾਂ ਵਿੱਚ ਕੀ ਹੈ ਸਾਰੇ ਮਸਲੇ ਨੂੰ ਲੈ ਕੇ, ਉਹ ਵੀ ਜਾਣਨਾ ਬਹੁਤ ਜ਼ਰੂਰੀ ਹੈ। ਜੀ ਕੀ ਕਹਿਣਾ ਚਾਹੁੰਦੇ ਹੋ? ਭਾਟੀਆ ਜੀ, ਮੋਗਾ ਤੋਂ ਗੱਲ ਕਰ ਰਹੇ ਹੋ ਤੁਸੀਂ, ਕੀ ਸਵਾਲ ਹੈ ਜਾਂ ਕੀ ਰਾਏ ਹੈ ਤੁਹਾਡੀ? ਹੈਲੋ ਜੀ ਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਇਸ ਮਸਲੇ ਦੇ ਉੱਤੇ? ਮੈਂ ਦੇਖਦਾ ਮਸਲਾ ਇਹ, ਜੇ ਆਪਣੀ ਭਗਵੰਤ ਮਾਨ ਸਰਕਾਰ ਆਈ ਹੈ, ਹੈਲੋ ਜੀ ਜੀ ਹਾਂਜੀ, ਉਹਨੂੰ ਹੁਣ ਕੱਟ ਨੀਚਾ ਦਿਖਾਉਣ ਲੱਗੇ ਆ। ਆਪਣੇ ਮੈਂ ਲਾਈਵ ਦੇਖ ਰਿਹਾ ਦੁਆ ਜੀ, ਤੇ ਇਹ ਕੱਟ ਨੀਚਾ ਦਿਖਾਉਣ ਲੱਗੇ। ਸਹੀ ਗੱਲ ਕਰਦਾ ਉਹ ਬੰਦਾ। ਅੱਜ ਵਾਲੇ ਮਸਲੇ ਦੇ ਉੱਤੇ ਤੁਸੀਂ ਕੀ ਰਾਏ ਦੇਣਾ ਚਾਹੁੰਦੇ ਹੋ? ਕੀ ਇਹ ਸਾਰਾ? ਮੈਂ ਕਹਿੰਦਾ ਸਰਕਾਰ ਵਧੀਆ ਹੋ। ਹਾਂਜੀ ਠੀਕ ਹੈ ਜੀ। ਗੁਰਦਰਸ਼ਨ ਜੀ ਕਾਲਰ ਸਾਡੇ ਨਾਲ ਜੁੜੇ ਸੀਗੇ, ਉਹ ਕਹਿੰਦੇ ਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਮ ਆਦਮੀ ਪਾਰਟੀ ਨੂੰ ਕਿਉਂ ਨੀਵਾਂ ਦਿਖਾ ਰਹੇ ਹੋ? ਜੀ ਕਾਲਰ ਹੋਰ ਸਾਡੇ ਨਾਲ ਜੁੜੇ ਆ। ਕੌਣ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਇਹਨਾਂ ਨੂੰ ਪੁੱਛੋ। ਅਸ਼ੋਰੈਂਸਸ ਕਿਹਨੇ ਦਿੱਤੀਆਂ ਸੀ? ਗਰੰਟੀਆਂ ਕਿਹਨੇ ਦਿੱਤੀਆਂ ਸੀ? ਲੋਕਾਂ ਨੂੰ ਭੁਲੇਖੇ ਪਾ ਕੇ ਝੂਠੇ ਵਾਅਦੇ ਕਰਕੇ ਤੁਸੀਂ ਵੋਟਾਂ ਲੈ ਕੇ ਸਰਕਾਰ ਬਣਾ ਲਈ, ਹੁਣ ਤੁਸੀਂ ਮੂੰਹ ਮੋੜ ਰਹੇ ਹੋ ਉੱਥੋਂ। ਠੀਕ ਹੈ, ਠੀਕ ਹੈ। ਹੋਰ ਕਾਲਰ ਸਾਡੇ ਨਾਲ ਜੁੜੇ ਆ, ਕਿੱਥੋਂ ਗੱਲ ਕਰ ਰਹੇ ਹੋ ਜੀ? ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ? ਜੀ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਕੋਲੇ? ਕਿੱਥੋਂ ਗੱਲ ਕਰ ਰਹੇ ਹੋ? ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮਸਲੇ ਤੇ? ਮੈਂ ਨਵਾਂ ਸ਼ਹਿਰ ਤੋਂ ਹਾਂ। ਜੀ ਜੀ, ਨਵਾਂ ਸ਼ਹਿਰ, ਸ਼ਹੀਦ ਭਗਤ ਸਿੰਘ ਨਗਰ। ਜੀ ਜੀ ਹਾਂਜੀ, ਬਰਗੜੀ ਮੋਰਚਾ ਲੱਗਿਆ, ਇੱਥੇ ਕੋਈ ਨਹੀਂ ਹੋਇਆ। ਹੋਰ ਮੈਂ ਇਹ ਗੱਲ ਕਰਦਾ, ਆ ਜਿਹੜਾ ਹੁਣ ਨਹੀਂ ਆਪਣੇ ਦੇਖ ਲਓ ਪੀਟੀ ਚੱਲਦਾ, ਉਹ ਗਲਤ ਬੋਲਦਾ। ਤੁਸੀਂ ਇਸ ਅੱਜ ਵਾਲੇ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਜੀ? ਖੁੱਲ੍ਹ ਕੇ ਆਪਣੀ ਗੱਲ ਰੱਖੋ ਕਿ ਇਸ ਮਸਲੇ ਤੇ ਜੋ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਜਾਂ ਅੱਜ ਜੋ ਕੁਝ ਵਾਪਰਿਆ, ਉਸ ਤੇ ਕੀ ਰਾਏ ਦੇਣਾ ਚਾਹੁੰਦੇ ਹੋ? ਉਹਦੇ ਤੇ ਕੀ ਸਵਾਲ ਹੈ ਤੁਹਾਡਾ? ਰਾਏ ਦੇਣਾ ਚਾਹੁੰਦਾ ਤੇ ਇਹ
ਸਰ ਜਿਹੜਾ ਗੰਦ ਪਾਇਆ ਨਹੀਂ ਦੂਜੇ ਨੇ ਅਕਾਲੀ ਦਲ ਕਾਂਗਰਸ ਨੇ, ਇਹ ਬੰਦ ਹੋਣਾ ਚਾਹੀਦਾ। ਠੀਕ ਹੈ ਜੀ, ਠੀਕ ਹੈ ਜੀ। ਗੁਰਦਰਸ਼ਨ ਜੀ, ਇਹਦੇ ਵਿੱਚ ਹੁਣ ਆਪਾਂ ਕਿਸ ਤਰ੍ਹਾਂ ਵੇਖੀਏ, ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਅਗਵਾਈ ਕਰ ਰਹੇ ਨੇ ਆਗੂ, ਜਿਹੜੇ ਇਸ ਮੋਰਚੇ ਦੀ ਅਗਵਾਈ ਦੇ ਵਿੱਚ ਅੱਗੇ ਖੜੇ ਹੋਏ ਹੈ, ਕਿ ਉਹ ਮੋਰਚੇ ਨੂੰ ਅੰਜਾਮ ਤੱਕ ਲੈ ਜਾਣਗੇ, ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਹੁੰਦਾ ਰਿਹਾ ਕਿ ਧਰਨੇ ਬੜੇ ਲੱਗੇ, ਕੋਸ਼ਿਸ਼ਾਂ ਬੜੀਆਂ ਹੁੰਦੀਆਂ ਰਹੀਆਂ, ਫਿਰ ਉਹ ਧਰਨੇ ਖਤਮ ਵੀ ਹੋ ਗਏ, ਪ੍ਰਬੰਧੀ ਸਿੰਘ ਹਾਲੇ ਤੱਕ ਬਾਹਰ ਨਹੀਂ ਆ ਸਕੇ? ਦੇਖੋ ਇਹ ਸਾਰੀ ਦੀ ਸਾਰੀ ਗੇਮ ਆ ਸਰਕਾਰ ਦੇ ਪਾਲੇ ਵਿੱਚ ਆ। ਸਾਰੀ ਪਹਿਲੀ ਸਰਕਾਰ ਨੇ ਸ਼ਰਾਰਤਾਂ ਕੀਤੀਆਂ, ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ। ਹੁਣ ਇਹ ਜਿਹੜੀ ਸਰਕਾਰ ਆ ਇਹ ਉਦੋਂ ਵੀ ਵੱਧ ਸਿੱਖਾਂ ਨੂੰ ਪਰੇਸ਼ਾਨ ਕਰ ਰਹੀ ਆ। ਕਿਉਂ ਨਹੀਂ ਖੁੱਲ ਕੇ ਤੁਸੀਂ ਉਹਨਾਂ ਨੂੰ ਛੱਡਦੇ? ਕਿਹੜੀ ਉਹ ਢਾਹ ਲੈਣਗੇ ਵਿਚਾਰੇ? ਇੰਨੀ ਦੇਰ ਤੋਂ ਜੇਲ੍ਹਾਂ 'ਚ ਬੈਠੇ ਆ, ਇੰਨਾ ਤਸ਼ੱਦਦ ਉਹਨਾਂ ਦੇ ਉੱਤੇ ਹੋਇਆ, ਤਾਂ ਤੁਸੀਂ ਉਹਨਾਂ ਨੂੰ ਸਾਰੀ ਜ਼ਿੰਦਗੀ ਜੇਲ੍ਹਾਂ 'ਚ ਹੀ ਰੱਖਣਾ? ਜੇਲ੍ਹਾਂ 'ਚ ਰੱਖ ਲੋਗੇ ਤਾਂ ਫਿਰ ਤੁਹਾਡਾ ਕੀ ਬਣ ਜੂ? ਫਿਰ ਤੁਸੀਂ ਇੰਸ਼ੋਰੈਂਸਿਸ ਕਿਉਂ ਦਿੱਤੀਆਂ, ਗਰੰਟੀਆਂ ਕਿਉਂ ਦਿੱਤੀਆਂ? ਪੱਬਾਂ ਭਾਰ ਹੋ ਕੇ ਤਾਂ ਤੁਸੀਂ ਗਰੰਟੀਆਂ ਦਿੰਦੇ ਰਹੇ ਵੀ ਅਸੀਂ 24 ਘੰਟੇ 'ਚ ਇਨਸਾਫ ਦੇ ਦਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਕਿਉਂ ਕਹੀ ਇਹ ਗੱਲ? ਤੋ ਇਸੇ ਤਰੀਕੇ ਨਾਲ ਤੁਸੀਂ ਕਿਹਾ ਬੰਦੀ ਸਿੰਘਾਂ ਨੂੰ ਅਸੀਂ ਛੱਡ ਦਾਂਗੇ। ਕਿਉਂ ਕਹੀ ਇਹ ਗੱਲ ਜੀ? ਆਪਣੀ ਜ਼ਬਾਨ ਦੇ ਉੱਤੇ ਤੁਸੀਂ ਪਹਿਰਾ ਦਿਓ, ਇਨਸਾਨੀਅਤ ਸਮਝੋ। ਉਹਨਾਂ ਦਾ ਵੀ ਜੀਵਨ ਆ ਵਿਚਾਰਿਆਂ ਦਾ, ਜਿਹੜੇ ਅੰਦਰ ਬੈਠੇ ਆ ਕਿੰਨੇ ਸਾਲਾਂ ਤੋਂ, ਜਿੰਨੀਆਂ ਜੇਲ੍ਹਾਂ ਦਿੱਤੀਆਂ ਸੀ ਜੁਡੀਸ਼ਰੀ ਨੇ, ਉਹ ਵਿਚਾਰੇ ਭੁਗਤ ਚੁੱਕੇ ਆ। ਕਿਹੜੀ ਦੁਨੀਆ ਦਾ ਇਨਸਾਫ ਹੈ ਇਹ? ਕਿੱਥੇ ਹੈ ਤੁਹਾਡੀ ਜੁਡੀਸ਼ਰੀ? ਕਿੱਥੇ ਹੈ ਤੁਹਾਡਾ ਕਾਨੂੰਨ? ਕੋਈ ਕਿਸੇ ਕਿਸਮ ਦੀ ਮਤਲਬ ਰਿਸਪੈਕਟ ਹੋਣੀ ਚਾਹੀਦੀ ਰੂਲ ਆਫ ਲਾਅ ਦੀ, ਤੇ ਰੂਲ ਆਫ ਲਾਅ ਐਪਲੀਕੇਬਲ ਨਹੀਂ ਸਿੱਖਾਂ ਦੇ ਉੱਤੇ। ਕਿਸ ਕਿਸਮ ਦੀਆਂ ਤੁਸੀਂ ਹਮਾਕਤਾਂ ਕਰ ਰਹੇ ਹੋ, ਔਰ ਲੋਕਾਂ ਦੀ ਜ਼ਿੰਦਗੀ ਦਾ ਤੁਸੀਂ ਕਿਸ ਤਰ੍ਹਾਂ ਖਿਲਵਾੜ ਖੇਲ ਰਹੇ ਹੋ ਉਹਨਾਂ ਦੇ ਨਾਲ। ਬਹੁਤ ਮਾੜੀ ਗੱਲ ਆ, ਬਹੁਤ ਮੰਦਭਾਗੀ ਗੱਲ ਆ। ਔਰ ਮਾਫ ਕਰਨਾ, ਜਿਸ ਤਰੀਕੇ ਨਾਲ ਬਾਦਲ ਤੇ ਦੂਸਰੇ ਜਿਹੜੇ ਲੀਡਰ ਆ ਕਾਂਗਰਸ ਦੇ ਜਾਂ ਅਕਾਲੀ ਦਲ ਦੇ, ਉਹ ਭੁਗਤ ਰਹੇ ਆ, ਇਸੇ ਤਰੀਕੇ ਨਾਲ ਭਗਵੰਤ ਮਾਨ ਨੂੰ ਵੀ ਭੁਗਤਣਾ ਪਏਗਾ ਜੇ ਉਹ ਇਨਸਾਫ ਨਹੀਂ ਦਿੰਦਾ। ਇਨਸਾਫ ਦਿਓ, ਇਨਸਾਫ ਦੀ ਮੰਗ ਕਰ ਰਹੇ ਸਿੱਖ ਕੋਈ ਇਹੋ ਜਿਹੀ ਚੀਜ਼ ਨਹੀਂ ਮੰਗ ਰਹੇ ਵੀ ਸਾਨੂੰ ਕੋਈ ਇਹੋ ਜਿਹੀ ਚੀਜ਼ ਦੇ ਦਿਓ ਜਿਹੜੀ ਅਸਮਾਨ ਦੇ ਉੱਤੇ ਜਿਹੜੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਦਾ ਹੱਕ ਆ, ਇਹ ਠੀਕ ਹੈ, ਕਾਨੂੰਨੀ ਹੱਕ ਆ ਉਹਨਾਂ ਦਾ। ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਤੁਸੀਂ? ਤੋ ਇਹ ਗੱਲ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਵਸੀ ਹੋਈ ਆ ਵੀ ਸਾਡੀ ਕੌਮ ਦੇ ਨਾਲ ਬੇਇਨਸਾਫੀ ਹੋ ਰਹੀ ਆ, ਸਾਡੀ ਕੌਮ ਇਲੀਨੇਟ ਹੋ ਚੁੱਕੀ ਆ ਇੰਡੀਅਨ ਸਿਸਟਮ ਤੋਂ। ਠੀਕ ਹੈ ਗੁਰਦਰਸ਼ਨ ਜੀ, ਤੁਸੀਂ ਕਿਸ ਤਰੀਕੇ, ਕਿੰਨੇ, ਹਾਊ ਲੌਂਗ, ਹਾਊ ਫਾਰ? ਇੱਕ ਕਾਲਰ ਹੋਰ ਸਾਡੇ ਨਾਲ ਜੁੜੇ ਆ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਵਰਨ ਜੀ, ਕੀ ਕੁਝ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ? ਜੀ ਹੈਲੋ ਜੀ ਸਰ, ਨਾਮ ਮੇਰਾ ਸਰਵਨ ਸਿੰਘ ਹੈ ਜੀ। ਜੀ ਜੀ ਸਰ, ਮੈਂ ਨਾ ਇਹ ਧਰਨੇ ਦੇ ਵਿੱਚ ਰਿਹਾ ਜੀ ਉੱਥੇ 15 ਦਿਨ ਲਗਾਤਾਰ ਜੀ। ਜੀ ਠੀਕ ਹੈ ਜੀ ਸਰ, ਜਿੰਨਾ ਚਿਰ ਤੱਕ ਆਪਣੀ ਕੌਮ ਚੰਗੇ ਨੁਮਾਇੰਦੇ ਚੁਣ ਕੇ ਭੇਜਦੀ ਨਹੀਂ ਆ, ਜਿਹੜੇ ਗੁਰੂ ਦੇ ਭੈ ਵਿੱਚ ਰਹਿਣ, ਉਹਦੇ ਭੈ ਵਿੱਚ ਚੱਲਣ, ਜਦ ਤੱਕ ਇਹ ਆਪਣੀ ਸਰਕਾਰ ਆਪਾਂ ਪੰਥਕ ਸਰਕਾਰ ਨਹੀਂ ਬਣਾ ਲੈਂਦੇ, ਡੁਪਲੀਕੇਟ ਸਰਕਾਰਾਂ ਨਹੀਂ ਜੀ, ਪੰਥਕ ਸਰਕਾਰ ਬਣਾਈਏ, ਚੰਗੇ ਇਮਾਨਦਾਰ ਬੰਦੇ ਚੁਣ ਕੇ ਗਾੜੀ ਲਈਏ, ਤਾਂ ਸਾਨੂੰ ਲੋੜ ਨਹੀਂ ਕਿ ਧਰਨੇ ਲਾਉਣ ਦੀ। ਆਪਾਂ ਚੰਗੀ ਸਰਕਾਰ ਹੋਊਗੀ ਤੇ ਉਹ ਆਪਣੇ ਹੱਕ ਵਿੱਚ ਫੈਸਲੇ ਲਊਗੀ। ਸਾਨੂੰ ਕੀ ਲੋੜ ਆ ਮੰਗਣ ਦੀ? ਆਪਾਂ ਮੰਗਤੇ ਥੋੜਾ ਵਾ। ਇਹ ਸਰਕਾਰਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ। ਤੇ ਆਪਾਂ ਆਪਣੇ ਜਿਹੜੇ ਬੰਦੇ, ਮੈਂ ਤਾਂ ਕਹਿਣਾ ਚਾਹੂੰਗਾ ਤੁਹਾਡੇ ਜ਼ਰੀਏ, ਜਿਹੜੇ ਵੀਰ ਭਰਾ ਇਹ ਚੁਣਦੇ ਆਪਣਾ ਵੇਖ ਰਹੇ ਆ, ਉਹ ਕਮ ਸੇ ਕਮ ਆਪਣਾ ਜ਼ਮੀਰ ਜਗਾਉਣ ਤੇ ਚੰਗੇ ਇਨਸਾਨ ਨੂੰ, ਗੁਰੂ ਦੇ ਭੈ ਵਾਲੇ ਬੰਦੇ ਨੂੰ ਲਿਆਉਣ। ਠੀਕ ਹੈ, ਸਾਡੀ ਆਪਣੀ ਸਰਕਾਰ ਹੋਏ। ਇਹ ਜਿਹੜਾ ਚੀਫ ਮਿਨਿਸਟਰ ਹੈ ਜੀ, ਇਹ ਤੇ ਕੀ ਜਿਹਦੀ ਘਾਟ ਹੈ ਜੀ, ਮੰਗਤਾ ਇੱਕ ਲਾ ਲਓ। ਇਹ ਜਿਹੜੇ ਚੀਫ ਮਿਨਿਸਟਰ ਦੂਜੀਆਂ ਸਟੇਟਾਂ ਦੇ ਨਾ, ਉਹ ਫਿਰ ਵੀ ਹਲ ਜਾਂਦੇ ਆ ਜੀ। ਇਹ ਸਾਰੀ ਕੇਂਦਰ ਦੀ ਪਾਲਿਸੀ ਆ। ਜਦ ਤੱਕ ਕੇਂਦਰ ਇਸ਼ਾਰਾ ਨਹੀਂ ਕਰੂਗਾ, ਇਹ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਜੀ। ਠੀਕ ਹੈ ਜੀ, ਠੀਕ ਹੈ ਜੀ। ਰਾਏ ਦੇਣ ਦੇ ਲਈ ਧੰਨਵਾਦ ਜੀ। ਹੋਰ ਵੀ ਕਾਲਰ ਸਾਡੇ ਨਾਲ ਜੁੜੇ ਆ ਪਠਾਨਕੋਟ ਤੋਂ। ਕੀ ਨਾਮ ਹੈ ਜੀ, ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ?
ਆਪਣਾ ਨਾਮ ਦੱਸਿਓ ਜੀ ਔਰ ਕੀ ਇਸ ਮਸਲੇ ਦੇ ਉੱਤੇ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਗੁਰਦਰਸ਼ਨ ਜੀ, ਕਾਲਰ ਸਾਡੇ ਨਾਲ ਜੁੜੇ ਸੀ, ਉਹ ਗੱਲ ਕਹਿੰਦੇ ਆ ਕਿ ਪੰਥਕ ਸਰਕਾਰ ਹੋਣੀ ਚਾਹੀਦੀ ਹੈ, ਪੰਥਕ ਜਿਹੜੇ ਚਿਹਰੇ ਉਹ ਚੁਣੇ ਜਾਣ ਲੋਕਾਂ ਦੇ ਵੱਲੋਂ, ਤੇ ਫਿਰ ਮਸਲਿਆਂ ਦਾ ਹੱਲ ਹੋ ਸਕਦਾ ਹੈ। ਕੀ ਇਸ ਤਰ੍ਹਾਂ ਪੋਸੀਬਲ ਹੈ? ਕਿਉਂਕਿ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ, ਉਹ ਵੀ ਕਹਿੰਦੀਆਂ ਰਹੀਆਂ ਕਿ ਅਸੀਂ ਪੰਥਕ ਹਾਂ, ਪਰ ਉਸ 'ਤੇ ਵੀ ਲੋਕ ਜਿਹੜੇ ਨੇ ਉਹ ਸਹਿਮਤ ਨਹੀਂ ਹੁੰਦੇ, ਉਹ ਉਸ ਸਰਕਾਰ ਤੋਂ ਵੀ ਖੁਸ਼ੀ ਨਹੀਂ ਮਹਿਸੂਸ ਕਰਦੇ। ਤਾਂ ਕੀ ਇਹ ਪੋਸੀਬਲ ਹੈ ਕਿ ਇਸ ਤਰ੍ਹਾਂ ਇੱਕ ਸਰਕਾਰ ਬਣਾ ਦਿੱਤੀ ਜਾਏ ਜਿਹੜੀ ਵਾਕਈ ਪੰਜਾਬ ਦੀ ਗੱਲ ਕਰੇ, ਜਿਹੜੀ ਵਾਕਈ ਸਿੱਖਾਂ ਦੀ ਗੱਲ ਕਰੇ, ਲੋਕਾਂ ਦੇ ਹੱਕ ਹਕੂਕ ਦੀ ਗੱਲ ਕਰੇ? ਹਾਂ, ਕਿਉਂ ਨਹੀਂ, ਵਾਈ ਨਾਟ। ਜੇ ਹਿੰਦੂ ਕਮਿਊਨਿਟੀ ਹਿੰਦੂਤਵ ਦੀ ਗੱਲ ਕਰਦੀ ਆ ਤਾਂ ਸਿੱਖਾਂ ਨੂੰ ਕਿਹੜੀ ਵੀ ਮੁਸ਼ਕਿਲ ਆ ਵੀ ਉਹ ਇਹ ਗੱਲ ਕਹਿਣ ਵੀ ਸਿੱਖੀ ਸਪਿਰਿਟ ਦੇ ਨਾਲ, ਸਿੱਖੀ ਸਿਧਾਂਤਾਂ ਦੇ ਨਾਲ, ਸਿੱਖੀ ਜਿਹੜੀ ਸਿੱਖੀ ਆਈਡੀਓਲੋਜੀ ਆ ਉਸ ਦੇ ਨਾਲ ਕਮਿਟਡ ਸਰਕਾਰ ਹੋਵੇ, ਇਮਾਨਦਾਰ ਸਰਕਾਰ ਹੋਵੇ, ਉਸ ਕਿਸਮ ਦੀ ਸਰਕਾਰ ਨਾ ਹੋਵੇ ਜਿਹੜਾ ਪੰਥ ਦਾ ਨਾਂ ਲੈ ਕੇ ਵੋਟਾਂ ਬਟੋਰ ਕੇ ਸਵਾਰਥ ਤੇ ਪਰਿਵਾਰਵਾਦ ਦੇ ਵਿੱਚ ਚਲੀ ਜਾਵੇ, ਜਿਵੇਂ ਪਹਿਲਾਂ ਬਾਦਲ ਸਰਕਾਰ ਗਈ ਹੈ, ਦੂਸਰੀਆਂ ਸਰਕਾਰਾਂ ਗਈਆਂ। ਗੱਲ ਤਾਂ ਅਮਰਿੰਦਰ ਨੇ ਵੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਹੀ ਸੀ, ਗੱਲ ਇਸੇ ਤਰੀਕੇ ਨਾਲ ਹੁਣ ਬਾਦਲ ਕਹਿ ਰਿਹਾ। ਜਦੋਂ ਬਾਦਲ ਦੀ ਆਪਣੀ ਸਰਕਾਰ ਸੀ ਉਸ ਵੇਲੇ ਉਹਨੇ ਕੀ ਕੀਤਾ ਇਹਨਾਂ ਲੋਕਾਂ ਦੇ, ਇਹਨਾਂ ਵਿਚਾਰਿਆਂ ਦੇ ਨਾਲ ਜਿਹੜੇ ਜੇਲ੍ਹਾਂ 'ਚ ਬੈਠੇ ਆ। ਤੋ ਸਾਨੂੰ ਇਸ ਵੇਲੇ ਸਿੱਖ ਕਮਿਊਨਿਟੀ ਨੂੰ ਕਿਸੇ ਵੀ ਜਿਹੜੀ ਪਾਰਟੀ ਆ ਉਹਦੇ ਤੇ ਕੋਈ ਕਿਸੇ ਕਿਸਮ ਦਾ ਇਤਬਾਰ ਨਹੀਂ ਰਿਹਾ। ਉਹ ਸਮਝਦੇ ਆ ਵੀ ਸਾਡੇ ਨਾਲ ਸਾਡੀਆਂ ਵੋਟਾਂ ਲੈ ਕੇ, ਸਾਨੂੰ ਪਰਵਾ ਕੇ, ਝੂਠ ਬੋਲ ਕੇ ਉਹ ਵੋਟਾਂ ਲੈ ਲੈਂਦੇ ਆ, ਉਸ ਤੋਂ ਬਾਅਦ ਸਾਡੇ ਉੱਤੇ ਹੀ ਜ਼ੁਲਮ ਸਿਤਮ ਕਰਦੇ ਆ, ਜੋ ਆਮ ਪਾਰਟੀ ਨੇ ਕੀਤਾ। ਠੀਕ, ਆਮ ਪਾਰਟੀ ਵੀ ਉਨੀ ਗੁਨਾਹਗਾਰ ਆ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦੀ ਸੋ ਕਾਲਡ ਪੰਥਕ ਪਾਰਟੀ ਸੀ। ਇਸੇ ਤਰੀਕੇ ਦੀ ਅਮਰਿੰਦਰ ਦੀ ਜਿਹੜੀ ਕਾਂਗਰਸ ਪਾਰਟੀ ਸੀ। ਕਿਸ ਨੇ ਇਨਸਾਫ ਦਿੱਤਾ ਪੰਜਾਬ ਨੂੰ? ਸਾਰੇ ਇਸ਼ੂਜ਼ ਦੇ ਉੱਤੇ ਜਿੰਨੇ ਚੀਫ ਮਿਨਿਸਟਰ ਹੁਣ ਤੱਕ ਆਏ ਆ, ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਭਗਵੰਤ ਮਾਨ ਤੱਕ, ਉਹਨਾਂ ਨੇ ਪੰਜਾਬ ਨੂੰ ਲੁਟਾਇਆ। ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਦੇ ਉੱਤੇ ਤਸ਼ੱਦਦ ਕੀਤਾ, ਲੁੱਟੋ ਤੇ ਮਾਰੋ, ਇਸ ਕਿਸਮ ਦੀ ਪਾਲਿਸੀ ਉਹਨਾਂ ਨੇ ਅਡਾਪਟ ਕੀਤੀ ਆ। ਤੋ ਹੁਣ ਸਿੱਖ ਪੂਰੀ ਤਰ੍ਹਾਂ ਇਲੀਨੇਟ ਹੋ ਚੁੱਕੇ ਆ। ਔਰ ਉਹ ਇਲੀਨੇਸ਼ਨ ਜਿਹੜੀ ਹੈਗੀ ਆ ਉਹ ਕਿਸੇ ਵੀ ਕੌਮ ਲਈ, ਕਿਸੇ ਵੀ ਸਟੇਟ ਲਈ, ਕਿਸੇ ਵੀ ਕਮਿਊਨਿਟੀ ਲਈ ਚੰਗੀ ਨਹੀਂ ਹੁੰਦੀ। ਠੀਕ ਹੈ ਗੁਰਦਰਸ਼ਨ ਜੀ, ਸਾਡੇ ਨਾਲ ਜੁੜੇ ਤੁਸੀਂ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਜੁੜੇ ਸੀ ਇਸ ਮਸਲੇ ਦੇ ਉੱਤੇ। ਇਹ ਸਾਰਾ ਘਟਨਾਕ੍ਰਮ ਅੱਜ ਕੀ ਕੋਈ ਵਾਪਰਿਆ ਉਹ ਤੁਹਾਨੂੰ ਅਸੀਂ ਦਿਖਾ ਦਿੱਤਾ ਹੈ। ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਔਰ ਉਸੇ ਨੂੰ ਲੈ ਕੇ ਇੱਕ ਜਥਾ ਚੰਡੀਗੜ੍ਹ ਵੱਲ ਰਵਾਨਾ ਹੋ ਰਿਹਾ ਸੀ, ਪਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਰੋਕੇ ਜਾਣ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਔਰ ਮਾਹੌਲ ਉੱਥੇ ਕਾਫੀ ਤਣਾਅਪੂਰਨ ਬਣਿਆ। ਇਸ ਦੇ ਵਿੱਚ ਲੋਕ ਜ਼ਖਮੀ ਵੀ ਹੋਏ ਨੇ, ਇਸ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਕੁਝ ਲੋਕ ਜਿਹੜੇ ਉਹਨਾਂ ਨੂੰ ਵੀ ਸੱਟਾਂ ਲੱਗੀਆਂ। ਪਰ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਸੀ। ਜੇ ਲੜਾਈ ਲੜੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਤਾਂ ਫਿਰ ਇਹ ਮੋਰਚਾ ਲਗਾਉਣ ਵਾਲੇ ਜਿਹੜੇ ਆਗੂ ਨੇ ਉਹਨਾਂ ਨੂੰ ਸੋਚਣਾ ਪਏਗਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ, ਕਿਵੇਂ ਰੋਕਿਆ ਜਾ ਸਕਦਾ ਹੈ, ਤਾਂ ਜੋ ਜਿਹੜੇ ਕੰਮ ਦੇ ਲਈ ਇਹ ਮੋਰਚਾ ਲੱਗਿਆ ਹੋਇਆ ਉਸ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਕਿਉਂਕਿ ਮੰਗ ਇਹੀ ਹੈ ਕਿ ਬੰਦੀ ਸਿੰਘ ਜੋ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ 'ਚ ਨੇ ਉਹ ਜਲਦ ਤੋਂ ਜਲਦ ਬਾਹਰ ਆਉਣ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਜੁੜਾਂਗੇ ਤੁਹਾਡੇ ਨਾਲ ਹੋਰ ਮੁੱਦਾ ਲੈ ਕੇ। ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ। ਸਤਿ ਸ੍ਰੀ ਅਕਾਲ।